तेह प्रसाद सच होए। वाहिगुरु जी की फतेह, विघन विनाशन सोए। वाहिगुरु जी की फतेह, विघन विनाशन सोए। वाहिगुरु साहिब जी कवित्र सात सतवाद हेतु सोदर समुदरी सो मोद में समुदरी सो गातुर पटायो है। सात सतवाद हेतु सोदर समुदरी सो। वाहिगुरु जी का खालसा, वाहिगुरु जी की फतेह। जा हर जहूर हाजिर हजूर, सर्ब कला भरपूर। पतत पावन भगत वत्सल, अंतरजामी दसां पातशाहियां दी जोर। धन श्री गुरु ग्रंथ साहिब जी महाराज। सतगुरां दी अपर अपार किरपा रहमत दा सदका जगत गुरु धन धन श्री गुरु नानक देव साहिब जी महाराज, सतगुरां दे पावने अस्थान सचखंड दरबार गुरुद्वारा श्री बेर साहिब जी विखे गुरु चरनां दी हाजरी भर रही गुरु की साजी नवाजी हुई साध संगत जीओ। महाराज साहब जी ने कृपा की है, अपने अमृतमयी दर्शन बख्शिश कीते। सत संगत का अमोलक सुभागा समा प्राप्त होया है। लड़ीवार रूप दे विच जगत गुरु धन धन श्री गुरु नानक देव साहब महाराज जी के पावन पवित्र इतिहास की कथा आरंभ हुई है। श्री गुरु नानक प्रकाश ग्रंथ जिस दे पहले अध्याय दे विच कविराज भाई संतोख सिंह जी ने मंगल कीते हैं। अकाल पुरख वाहिगुरु जी की महिमा का मंगल, 10 पातशाहियां दे मंगल और इसे तरह श्री गुरु ग्रंथ साहिब महाराज जी का मंगल। वाहिगुरु वाहिगुरु सतनाम वाहिगुरु वाहिगुरु वाहिगुरु। और नाम दे मंगल कीते हन, नाम की महिमा कीती है। फिर चौहां युगां दे विच जो भगत होए, सतयुग विच, त्रेते विच, द्वापर युग ते कल युग विच, उन्हां दे नामां दा जिक्र कीता। वाहिगुरु गुर मंत्र की महिमा कीती है। इसे तरह साध संगत जी अगे होर मंगल आए हैं। 48 मंगलों तक विचार पिछे हुई है। जो 49वां मंगल है श्री गुरु नानक प्रकाश ग्रंथ का आरंभ हो रहा है। इस विच की सिक्ख्या देंदे हन भाई साहब जी। शरधा भावना सहित सरवण करिए। जगत गुरु धन धन श्री गुरु नानक देव साहब महाराज जी दे पावन पवित्र चरना कमलों का ध्यान धरदिया हुए सब माई भाई मन चित नूं एकाग्र करदिया हुए रसना नूं पवित्र करदिया हुए उचारण करो जी। सतनाम श्री वाहिगुरु साहिब जी। फिर उचारण करो जी। सतनाम श्री वाहिगुरु
ਸਾਹਿਬ ਜੀ। ਭਾਈ ਸਾਹਿਬ ਜੀ, ਸਾਡੇ ਜੋ ਸੰਸਾਰੀ ਸੰਬੰਧ ਹਨ ਉਹਨਾਂ ਦਾ ਜ਼ਿਕਰ ਕਰਦੇ। ਤਾਤ ਕਹਿੰਦੇ ਪਿਤਾ ਨੂੰ, ਸੁੱਤ ਪੁੱਤਰ ਦਾ ਨਾਮ ਹੈ, ਮਾਤ ਮਾਤਾ, ਤੇ ਹਿਤੂ ਹੋਰ ਜੋ ਹਿਤੂ ਹਨ, ਪ੍ਰੇਮੀ ਹਨ। ਭਾਈ ਸਾਹਿਬ ਕਹਿੰਦੇ ਇਹ ਜਿੰਨੇ ਵੀ ਸੰਬੰਧੀ ਆ, ਮਾਤਾ ਪਿਤਾ ਪੁੱਤਰ ਤੇ ਹੋਰ ਹਿਤੂ ਪ੍ਰੇਮੀ, ਸੋਦਰ ਸਹੋਦਰੀ ਸੋ। ਸੋਦਰ ਤੋਂ ਭਾਵ ਹੈ ਭਰਾ, ਸਹੋਦਰੀ ਦਾ ਅਰਥ ਹੈ ਭੈਣ। ਸੋਦਰ ਵੀ ਸਾ ਉਦਰ, ਇੱਕੇ ਉਦਰ ਤੋਂ ਜਿਹੜੇ ਪੈਦਾ ਹੋਣ ਵਾਲੇ ਹਨ। ਉਦਰ ਨਾਮ ਹੈ ਪੇਟ ਦਾ। ਇੱਕੇ ਪੇਟ ਤੋਂ ਜੋ ਪੈਦਾ ਹੋਣ ਵਾਲੇ ਹਨ, ਭਰਾ ਤੇ ਸਹੋਦਰੀ, ਉਸੇ ਉਦਰ ਤੋਂ ਪੈਦਾ ਹੋਈ ਉਹ ਭੈਣ। ਭਾਵ ਇੱਕੇ ਮਾਤਾ ਪਿਤਾ ਦੇ ਜੋ ਬੱਚੇ ਹਨ। ਇਹ ਜਿੰਨੇ ਵੀ ਸੰਬੰਧ ਵਾ, ਭੈਣ ਭਰਾ, ਮਾਤਾ ਪਿਤਾ ਪੁੱਤਰ ਤੇ ਹਿਤੂ ਆਦਿਕ, ਕਸ਼ੋਦਰੀ ਨਾਮ ਹੈ ਘਰ ਵਾਲੀ ਦਾ, ਪਤਨੀ ਦਾ। ਕਹਿੰਦੇ ਵੀ ਖੁਸ਼ੀ ਦੇ ਨਾਲ ਤੂੰ ਇਹਨਾਂ ਸਾਰਿਆਂ ਦੇ ਨਾਲ ਬੜਾ ਗਾਢੋ, ਚੰਗੀ ਤਰ੍ਹਾਂ ਗਾੜੀ ਤਰ੍ਹਾਂ ਲਪਟਾਇਆ ਹੋਇਆ। ਹੇ ਮਨਾ, ਤੂੰ ਇਹਨਾਂ ਸੰਬੰਧੀਆਂ ਦੇ ਮੋਹ ਦੇ ਵਿੱਚ ਲਪਟਿਆ ਹੋਇਆ। ਸੰਬੰਧੀਆਂ ਦੇ ਮੋਹ ਦੇ ਵਿੱਚ, ਪਿਤਾ ਦੇ ਮੋਹ ਵਿੱਚ, ਮਾਤਾ ਦੇ ਮੋਹ ਵਿੱਚ, ਪੁੱਤਰਾਂ ਦੇ ਮੋਹ ਵਿੱਚ, ਮਿੱਤਰਾਂ ਦੇ ਮੋਹ ਵਿੱਚ, ਭੈਣ ਭਰਾਵਾਂ ਦੇ ਮੋਹ ਵਿੱਚ, ਘਰ ਵਾਲੀ ਦੇ ਮੋਹ ਵਿੱਚ ਗਾਢੋ ਲਪਟਾਇਓ ਹੈ। ਗਾਢੋ ਚੰਗੀ ਤਰ੍ਹਾਂ, ਐ ਚੰਗੀ ਤਰ੍ਹਾਂ ਤੂੰ ਲਪਟਿਆ ਹੋਇਆ, ਇਹਨਾਂ ਦੇ ਮੋਹ ਦੇ ਵਿੱਚ ਖਚਤ ਹੋ ਰਿਹਾ ਹੈ। ਇਸੇ ਤਰ੍ਹਾਂ ਜਿਹੜੇ ਮਸਤ ਹਾਥੀ ਆ, ਉਹਨਾਂ ਦੇ ਵਿੱਚ ਤੇਰਾ ਮੋਹ ਪਿਆ ਹੋਇਆ। ਮਾਤੇ ਜਿਹੜੇ ਹੈ, ਮਾਤੇ ਮਤੰਗ, ਮਸਤ ਹਾਥੀ ਜੋ, ਉਹਨਾਂ ਦੇ ਵਿੱਚ ਤੇਰਾ ਮੋਹ ਹੈ। ਜਵੀ ਚੰਚਲ ਤੁਰੰਗ ਬ੍ਰਿੰਦ, ਬ੍ਰਿੰਦ ਕਹੀਏ ਬਹੁਤੇ ਜਿਹੜੇ ਘੋੜੇ ਆ ਚੰਚਲ ਚਾਲ ਚੱਲਣ ਵਾਲੇ। ਜਵੀ, ਜਵੀ ਨਾਮ ਹੈ ਚਾਲ ਦਾ। ਜਿਹੜੇ ਵਧੀਆ ਚਾਲ ਚੱਲਣ ਵਾਲੇ ਘੋੜੇ ਆ, ਉਹਨਾਂ ਦੇ ਵਿੱਚ ਤੇਰਾ ਮੋਹ ਹੈ। ਮਸਤ ਹਾਥੀਆਂ ਦੇ ਵਿੱਚ ਬਹੁਤ ਤੂੰ ਪ੍ਰਸੰਨ ਰਹਿੰਦਾ ਹੈ। ਅਨੀ ਨਾਮ ਹੈ ਫੌਜ ਦਾ। ਚਾਰ ਪ੍ਰਕਾਰ ਦੀ ਫੌਜ ਹੈ ਤੇਰੇ ਕੋਲੇ, ਚਤੁਰੰਗਣੀ, ਚਾਰ ਤਰ੍ਹਾਂ ਦੀ ਸੈਨਾ। ਇਹ ਚਾਰ ਪ੍ਰਕਾਰ ਦੀ ਫੌਜ ਦੇ ਵਿੱਚ ਤੇਰਾ ਹਿਰਦਾ ਜਿਹੜਾ ਹੁਲਸਾਇਆ ਹੋਇਆ, ਤੂੰ ਬੜਾ ਖੁਸ਼ ਹੋ ਰਿਹਾ ਹੈ ਵੀ ਮੇਰੇ ਕੋਲੇ ਪੈਦਲ ਫੌਜ ਵੀ ਹੈ, ਮੇਰੇ ਕੋਲੇ ਘੋੜਿਆਂ ਵਾਲੀ ਫੌਜ ਵੀ ਹੈ, ਮੇਰੇ ਕੋਲੇ ਹਾਥੀਆਂ ਵਾਲੀ ਫੌਜ ਵੀ ਹੈ, ਮੇਰੇ ਕੋਲੇ ਰੱਥਾਂ ਵਾਲੀ ਫੌਜ ਵੀ ਹੈ। ਇਹ ਚਾਰ ਪ੍ਰਕਾਰ ਦੀ ਫੌਜ ਪ੍ਰਾਪਤ ਕਰਕੇ ਤੂੰ ਬੜਾ ਖੁਸ਼ ਹੋ ਰਿਹਾ। ਉਹਨਾਂ ਦਿਨਾਂ ਵਿੱਚ ਜਦੋਂ ਸਾਧ ਸੰਗਤ ਜੀ ਇਹ ਗ੍ਰੰਥ ਲਿਖਿਆ ਗਿਆ, ਪਿਛਲੇ ਸਮੇਂ ਦੀ ਜੋ ਗੱਲ ਹੈ, ਉਦੋਂ ਇਹ ਚਾਰ ਪ੍ਰਕਾਰ ਦੀ ਸੈਨਾ ਹੁੰਦੀ ਸੀ। ਹੁਣ ਘੋੜਿਆਂ ਵਾਲੀ ਫੌਜ ਕਿਤੇ ਕਿਤੇ ਹੈ ਥੋੜੀ ਬਹੁਤੀ, ਬਾਕੀ ਉਹਨਾਂ ਦੇ ਥਾਂ ਦੇ ਉੱਤੇ ਹੁਣ ਗੱਡੀਆਂ ਆ ਗਈਆਂ। ਗੱਡੀਆਂ ਵਾਲੀ ਫੌਜ ਹੈ, ਟੈਂਕਾਂ ਵਾਲੀ ਫੌਜ ਹੈ, ਹਵਾਈ ਜਹਾਜ਼ਾਂ ਵਾਲੀ ਫੌਜ ਹੈ, ਜਲ ਸੈਨਾ ਹੈ, ਥਲ ਸੈਨਾ ਹੈ। ਵੀ ਇਸ ਤਰ੍ਹਾਂ ਦੀ ਜਿਹੜੀ ਇਹ ਫੌਜ ਤੋਂ ਪ੍ਰਾਪਤ ਕਰਕੇ ਚਾਰ ਪ੍ਰਕਾਰ ਦੀ, ਤੇ ਬਹੁਤ ਖੁਸ਼ ਹੋ ਰਿਹਾ ਹੈ। ਫਿਰ ਕਹਿੰਦੇ ਵੀ ਹੇ ਬੰਦਿਆ, ਤੂੰ ਹਰ ਵੇਲੇ ਚਾਹੁੰਦਾ ਰਹਿਣਾ ਵੀ ਮੇਰੇ ਹੱਥਾਂ ਵਿੱਚ ਮਾਇਆ ਬਹੁਤੀ ਹੋ ਗਈ। ਆਥ ਕਹਿੰਦੇ ਆ ਮਾਇਆ ਨੂੰ, ਹਾਥ ਹੱਥਾਂ ਨੂੰ। ਆਥ ਨਿਤ ਹਾਥ ਚਾਹ ਹੈ, ਵੀ ਤੂੰ ਚਾਹੁੰਦਾ ਵੀ ਮੇਰੇ ਹੱਥਾਂ ਵਿੱਚ ਹਰ ਵੇਲੇ ਮਾਇਆ ਹੋਵੇ, ਹਰ ਵੇਲੇ ਮਾਇਆ ਬਹੁਤੀ ਮੇਰੇ ਹੱਥਾਂ ਵਿੱਚ ਰਵੇ। ਜਨਮ ਆਕਾਥ ਖੋਤ, ਪਰ ਆਪਣਾ ਜਨਮ ਤੂੰ ਅਕਾਰਥ ਹੀ ਨਾਸ ਕਰ ਰਿਹਾ ਹੈ, ਅਕਾਰਥ ਹੀ ਗਵਾ ਰਿਹਾ। ਕਿਉਂਕਿ ਮਾਇਆ ਗੁਜਰਾਣ ਵਾਸਤੇ ਹੈ, ਮਾਇਆ ਚਾਹੀਦੀ ਹੈ।
ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵੀ ਨਾਲ ਚਾਹੀਦਾ ਹੈ। ਠੀਕ ਹੈ, ਸੰਸਾਰ ਦੇ ਕੰਮਾਂ ਕਾਰਾਂ ਵਾਸਤੇ, ਸੰਸਾਰ ਦੇ ਵਿੱਚ ਗੁਜ਼ਾਰਾ ਕਰਨ ਵਾਸਤੇ ਮਾਇਆ ਚਾਹੀਦੀ ਹੈ, ਪਰ ਹਰ ਵੇਲੇ ਤੂੰ ਮਾਇਆ ਬਾਰੇ ਹੀ ਸੋਚਦਾ ਹੈ, ਹਰ ਵੇਲੇ ਤੂੰ ਹਿਰਦੇ ਵਿੱਚ ਵੀ ਮਾਇਆ ਨੂੰ ਹੀ ਚੇਤੇ ਕਰ ਰਿਹਾ ਹੈ। ਤੂੰ ਧਾਰਮਿਕ ਸਥਾਨ ਤੇ ਆ ਕੇ ਵੀ ਹਰ ਵੇਲੇ ਮਾਇਆ ਹੀ ਦਾ ਹੀ ਸਿਮਰਨ ਕਰਦਾ ਹੈ, ਨਾਮ ਦਾ ਸਿਮਰਨ ਵੀ ਕਰਿਆ ਕਰਨਾ। ਘੱਟੋ ਘੱਟ ਇੱਥੇ ਤਾਂ ਨਾਮ ਦਾ ਸਿਮਰਨ ਕਰਿਆ ਕਰ ਜਿੰਨਾ ਚਿਰ ਸੰਗਤ ਕਰਦਾ, ਬਾਕੀ ਸਾਰਾ ਸਮਾਂ ਤੇ ਮਾਇਆ ਰਹਿੰਦੀ ਹੈ। ਮਾਇਆ ਦਾ ਸਿਮਰਨ ਤੇ ਆਪੇ ਹੀ ਹੋਈ ਜਾਂਦਾ। ਕਹਿੰਦੇ ਵੀ ਮਾਇਆ ਹਰ ਵੇਲੇ ਤੂੰ ਚਾਹੁੰਦਾ ਹੈ, ਇਸ ਕਰਕੇ ਜਨਮ ਅਕਾਰਥ ਤੇਰਾ ਜਾ ਰਿਹਾ ਹੈ, ਕਿਉਂਕਿ ਸਿਮਰਨ ਤਾਂ ਤੂੰ ਪਰਮੇਸ਼ਰ ਦਾ ਕਰਨ ਵਾਸਤੇ ਆਇਆ। ਮਨੁੱਖਾ ਜਨਮ ਜੋ ਤੈਨੂੰ ਮਿਲਿਆ ਹੈ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਵਾਸਤੇ ਮਿਲਿਆ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਸਾਧ ਸੰਗਤ ਵਿੱਚ ਮਿਲ ਕੇ ਤੇ ਤੂੰ ਕੇਵਲ ਭਜਨ ਕਰਨਾ ਸੀ ਨਾਮ ਦਾ, ਇੱਥੇ ਵੀ ਮਾਇਆ ਦਾ ਹੀ ਚਿਤਵਣੀ ਕਰੀ ਜਾਣਾ। ਜੇ ਅਰਦਾਸ ਕਰਾਉਣਾ ਹੈ ਤੇ ਤਾਂ ਵੀ ਮਾਇਆ ਦੀ ਕਰਾਉਣਾ ਹੈ। ਅਰਦਾਸ ਵਿੱਚ ਇਹ ਨਹੀਂ ਕਹਿੰਦਾ ਵੀ ਮਹਾਰਾਜ ਨਿਤਨੇਮ ਦੀ ਦਾਤ ਬਖਸ਼ ਦਿਓ, ਮਹਾਰਾਜ ਮੂਲ ਮੰਤਰ ਦਾ ਜਾਪ ਕਰਨਾ ਬਖਸ਼ ਦਿਓ। ਤੁਸੀਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮੂਲ ਮੰਤਰ ਉਚਾਰਨ ਕੀਤਾ, ਸ੍ਰੀ ਸੰਤ ਘਾਟ ਸਾਹਿਬ ਵਾਲੇ ਅਸਥਾਨ ਤੇ ਸੱਚਖੰਡ ਤੋਂ ਮੂਲ ਮੰਤਰ ਲਿਆ ਕੇ ਬਖਸ਼ਿਆ ਸਾਨੂੰ ਸੰਸਾਰੀ ਜੀਵਾਂ ਨੂੰ ਤਾਰਨ ਵਾਸਤੇ। ਤੇ ਸਾਰੇ ਸੰਸਾਰ ਵਿੱਚ ਮੂਲ ਮੰਤਰ ਵੰਡਿਆ ਆਪ ਜੀ ਨੇ। ਤੇ ਮਹਾਰਾਜ ਸਾਨੂੰ ਵੀ ਮੂਲ ਮੰਤਰ ਦੀ ਦਾਤ ਬਖਸ਼ ਦਿਓ, ਅਸੀਂ ਵੀ ਆਪਣੇ ਘਰਾਂ ਵਿੱਚ ਮੂਲ ਮੰਤਰ ਜਪ ਸਕੀਏ। ਅਸੀਂ ਵੀ ਮਹਾਰਾਜ ਊਠਤ ਬੈਠਤ ਸੋਵਤ ਨਾਮ ਆਪ ਜੀ ਦਾ ਨਾਮ ਜਪ ਸਕੀਏ। ਕਰਾਉਣੀ ਤਾਂ ਚਾਹੀਦੀ ਐਸੀ ਵੀ ਅਰਦਾਸ ਵੀ ਮਹਾਰਾਜ ਕਿਰਪਾ ਕਰੋ ਸਾਨੂੰ ਤੇ ਸਾਡੇ ਬੱਚਿਆਂ ਨੂੰ ਮੂਲ ਮੰਤਰ ਦਾ ਜਾਪ ਕਰਨ ਦੀ ਦਾਤ ਬਖਸ਼ੋ। ਅਸੀਂ ਆਪ ਜੀ ਦਾ ਉਚਾਰਨ ਕੀਤਾ ਹੋਇਆ ਮੂਲ ਮੰਤਰ ਜਪ ਸਕੀਏ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਰੰਭ ਵਿੱਚ ਆਪ ਜੀ ਨੇ ਲਿਖਵਾਇਆ। ਮੂਲ ਮੰਤਰ, ਮੁੱਢ ਵਾਲਾ ਮੰਤਰ, ਜਿਹੜਾ ਮੁੱਢ ਹੈ, ਸਿੱਖੀ ਦਾ ਮੁੱਢ ਹੈ। ਵੀ ਮਹਾਰਾਜ ਕਿਰਪਾ ਕਰੋ ਅਸੀਂ ਗੁਰਮੰਤਰ ਦਾ ਜਾਪ ਕਰ ਸਕੀਏ। ਪਰ ਬਹੁਤ ਘੱਟ, ਜਿਵੇਂ ਗੁਰਬਾਣੀ 'ਚ ਗੁਰੂ ਸਾਹਿਬ ਨੇ ਆਪ ਹੀ ਇਹ ਫੈਸਲਾ ਕਰ ਦਿੱਤਾ। ਗਰੀਬ ਨਵਾਜ ਕਹਿੰਦੇ ਜਗ ਮਹਿ ਉੱਤਮ ਕਾਢੀਆ ਹੈ, ਵਿਰਲੇ ਕੇਈ ਕੇ। ਇਹਦਾ ਭਾਵ ਇਹ ਨਹੀਂ ਵੀ ਸੰਸਾਰੀ ਕੰਮਾਂ ਕਾਰਾਂ ਵਾਸਤੇ ਅਰਦਾਸ ਕਰਾਉਣੀ ਨਹੀਂ ਚਾਹੀਦੀ, ਕਰਾਉਣੀ ਚਾਹੀਦੀ ਆ। ਕੋਈ ਵੀ ਕਾਰਜ ਹੋਵੇ, ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ। ਕੋਈ ਵੀ ਕਾਰਜ ਕਰਨਾ, ਘਰ ਬਣਾਉਣਾ ਹੈ, ਨੌਕਰੀ ਚਾਕਰੀ ਕਰਨੀ ਹੈ, ਕੋਈ ਵੀ ਕਾਰਜ ਕਰਨਾ, ਉਹਦੀ ਆਰੰਭਤਾ ਸਿੱਖ ਅਰਦਾਸ ਨਾਲ ਹੀ ਕਰਦਾ ਹੈ। ਕਾਰਜ ਹੋ ਜਾਵੇ ਉਹਦੀ ਸਮਾਪਤੀ ਸ਼ੁਕਰਾਨਾ ਅਰਦਾਸ ਕਰਕੇ ਹੀ ਕਰਦਾ ਹੈ ਕਿ ਗੁਰੂ ਸਾਹਿਬ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਅੱਗੇ ਅਰਦਾਸ ਬੇਨਤੀ ਕਰਕੇ ਆ ਕਾਰਜ ਆਰੰਭ ਕੀਤਾ ਸੀ ਤੇ ਕਾਰਜ ਰਾਸ ਹੋ ਗਿਆ ਤੇ ਮਹਾਰਾਜ ਹੁਣ ਸ਼ੁਕਰਾਨੇ ਦੀ ਅਰਦਾਸ। ਆਰੰਭ ਵਿੱਚ ਵੀ ਅਰਦਾਸ ਕਰਨੀ ਸਿੱਖ ਦਾ ਫਰਜ਼ ਹੈ, ਸਮਾਪਤੀ ਤੇ ਸ਼ੁਕਰਾਨੇ ਵਿੱਚ ਵੀ ਅਰਦਾਸ ਕਰਨੀ ਆਗਿਆ ਹੈ ਗੁਰੂ ਸਾਹਿਬ ਜੀ ਦੀ। ਪਰ ਸਾਰੀ ਜ਼ਿੰਦਗੀ ਕਿਤੇ ਸੰਸਾਰੀ ਕੰਮਾਂ ਕਾਰਾਂ ਦੀਆਂ ਅਰਦਾਸਾਂ ਕਰਦੇ ਹੀ ਨਾ ਲੰਘ ਜਾਵੇ, ਇਹ ਕਦੀ ਸਿੱਖੀ ਦੀ ਅਰਦਾਸ ਵੀ ਕਰੇ ਕਿ ਮਹਾਰਾਜ ਕਿਰਪਾ ਕਰੋ ਸਾਨੂੰ ਸਿੱਖੀ ਬਖਸ਼ ਦਿਓ, ਸਾਨੂੰ ਬਾਣੀ ਬਖਸ਼ ਦਿਓ, ਬਾਣਾ ਬਖਸ਼ ਦਿਓ, ਸਾਬਤ ਸੂਰਤ ਬਖਸ਼ ਦਿਓ, ਸੱਚੇ ਪਾਤਸ਼ਾਹ ਨਿਤਨੇਮ ਦੀ ਦਾਤ ਬਖਸ਼ ਦਿਓ, ਸੇਵਾ ਸਿਮਰਨ ਦੀ ਦਾਤ ਬਖਸ਼ ਦਿਓ। ਇਹ ਅਰਦਾਸ ਵੀ ਸਿੱਖ ਕਰੇ ਨਾਮ ਵਾਸਤੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਆਥ ਨਿਤ ਹਾਥ ਚਾਹੇ, ਨਿਤਾ ਪ੍ਰਤੀ ਮਾਇਆ ਹੀ ਚਾਹੁੰਦਾ ਹੈ। ਜਨਮ ਆਕਾਤ ਖੋਤ, ਇਸ ਕਰਕੇ ਜਿਹੜਾ ਜਨਮ ਸੀ ਨਾ ਉਹ ਅਕਾਰਥ ਹੀ ਇਹਦਾ ਜਾ ਰਿਹਾ। ਤੇ ਗੁਰਬਾਣੀ ਵਿੱਚ ਹਰ ਇੱਕ ਪੱਖ, ਹਰ ਇੱਕ ਸਵਾਲ ਦਾ ਮਹਾਰਾਜ ਨੇ ਉੱਤਰ ਦਿੱਤਾ। ਗੁਰਬਾਣੀ 'ਚ ਇਹ ਵੀ ਆਖਿਆ ਕਿ ਹੇ ਬੰਦਿਆ ਤੂੰ ਸਵਾਸ ਸਵਾਸ ਸਿਮਰਨ ਕਰਨ ਵਾਸਤੇ ਆਏ ਆ ਪਰਮੇਸ਼ਰ ਦੇ ਨਾਮ ਦਾ। ਤੇ ਇਹ ਵੀ ਆਖਿਆ ਮਹਾਰਾਜ ਨੇ ਵੀ ਪਰ ਤੂੰ ਕਰ ਰਿਹਾ ਵਾ ਸਵਾਸ ਸਵਾਸ ਮਾਇਆ ਦਾ ਸਿਮਰਨ। ਤੂੰ ਚੇਤੇ ਕਰਨਾ ਸੀ ਦਮ ਦਮ ਨਾਮ ਨੂੰ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਪਰ ਮਹਾਰਾਜ ਕਹਿੰਦੇ ਕੰਮ ਉਲਟ ਹੋ ਗਿਆ।
ਮਾਇਆ ਮਨਹੁ ਨਾ ਵੀਸਰੈ, ਮੰਗੈ ਦਮਾ ਦਮ। ਤੂੰ ਹਰੇਕ ਸਵਾਸ ਨਾਲ ਮਾਇਆ ਮਾਇਆ ਹੀ ਮੰਗੀ ਜਾਂਦਾ। ਮਾਇਆ ਨਾਲ ਲੈ ਕੇ ਨਹੀਂ ਤੂੰ ਆਇਆ, ਮਾਇਆ ਨਾਲ ਲੈ ਕੇ ਨਹੀਂ ਜਾਣੀ। ਮਾਇਆ ਸੰਸਾਰ ਦੇ ਵਿੱਚ ਠੀਕ ਹੈ, ਮਹਾਰਾਜ ਨੇ ਆਖਿਆ ਮਾਇਆ ਗੁਜਰਾਨ ਹੈ, ਪੁੱਤਰ ਨਿਸ਼ਾਨ ਹੈ, ਔਰਤ ਈਮਾਨ ਹੈ। ਤੇ ਰੱਬ ਦਾ ਬੰਦਾ, ਖੁਦਾ ਦਾ ਬੰਦਾ ਨਾ ਹਿੰਦੂ ਨਾ ਮੁਸਲਮਾਨ ਹੈ। ਪਰ ਇਹ ਗੁਜਰਾਨ ਵਾਸਤੇ ਤਾਂ ਚਾਹੀਦੀ ਹੈ ਧਰਮ ਦੀ ਕਿਰਤ ਦੀ, ਪਰ ਹਰ ਵੇਲੇ ਹਰੇਕ ਸਵਾਸ ਹੀ ਇੱਧਰ ਨਾ ਲੱਗੀ ਜਾਵੇ। ਹੱਥ ਪਾਉ ਕਰ ਕਾਮ ਸਭ, ਹੱਥ ਪੈਰ ਇੱਧਰ ਲੱਗਣ, ਪਰ ਚੇਤੀ ਨਾਲ ਹਰ ਵੇਲੇ ਇੱਧਰ ਜੁੜਿਆ ਰਹੇ। ਚੀਤ ਨਿਰੰਜਨ ਨਾਲ ਵੀ ਲੱਗੇ ਨਾ, ਚੀਤ ਨਿਰੰਜਨ ਨਾਲ। ਤਾਂ ਕਹਿੰਦੇ ਕਿ ਜਨਮ ਅਕਾਥ ਖੋਤ, ਜਨਮ ਜਿਹੜਾ ਤੇਰਾ ਹੈ ਨਾ ਉਹ ਹਰ ਵੇਲੇ ਮਾਇਆ ਨੂੰ ਮੰਗ ਮੰਗ ਕੇ ਮੰਗੈ ਦਮਾ ਦਮ, ਤੇ ਜਨਮ ਅਕਾਰਤ ਨਾਸ ਹੋ ਰਿਹਾ ਹੈ। ਹੇ ਜੀਵ, ਜਿਨ੍ਹਾਂ ਦੇ ਨਾਲ ਤੂੰ ਆਪਣਾ ਮਨ ਲਾਇਆ ਹੋਇਆ ਨਾ, ਮਾਇਆ ਰਚਿਤ ਪਦਾਰਥਾਂ ਦੇ ਨਾਲ, ਸੰਬੰਧੀਆਂ ਦੇ ਨਾਲ, ਹੋਰ ਸਾਜੋ ਸਮਾਨ ਦੇ ਨਾਲ, ਹਾਥੀਆਂ ਘੋੜਿਆਂ ਦੇ ਨਾਲ, ਅੰਤ ਨੂੰ ਤੇਰੇ ਨਾਲ ਨਹੀਂ ਇਹਨਾਂ ਚੋਂ ਕਿਸੇ ਨੇ ਵੀ ਜਾਣਾ। ਨਾ ਤੇਰੇ ਸਰੀਰ ਨੇ ਅੰਤ ਨੂੰ ਨਾਲ ਜਾਣਾ, ਨਾ ਤੇਰੇ ਪਰਿਵਾਰ ਨੇ ਅੰਤ ਨੂੰ ਨਾਲ ਜਾਣਾ, ਨਾ ਤੇਰੇ ਘਰ ਨੇ ਅੰਤ ਨੂੰ ਨਾਲ ਜਾਣਾ, ਨਾ ਮਾਇਆ ਜ਼ਮੀਨ ਜਾਇਦਾਦ ਦੌਲਤ ਨੇ ਵੀ ਤੇਰੇ ਨਾਲ ਅੰਤ ਨੂੰ ਨਹੀਂ ਜਾਣਾ। ਤੇਰੇ ਚੰਗੇ ਮਾੜੇ ਕਰਮ ਤੇਰੇ ਨਾਲ ਜਾਣਗੇ। ਜਿਹੋ ਜਿਹੇ ਕੀਤੇ ਹੋਏ ਉਹੋ ਜਿਹਾ ਫਲ ਤੈਨੂੰ ਭੋਗਣਾ ਪਵੇਗਾ। ਜੇ ਤੂੰ ਮਨੁੱਖਾ ਜਨਮ ਵਿੱਚ ਨਾਮ ਜਪਿਆ ਹੋਇਆ ਤੇ ਫਿਰ ਕਰਮਾਂ ਦੇ ਉੱਤੇ ਵੀ ਲਕੀਰ ਵੱਜ ਜਾਵੇਗੀ, ਕਰਮਾਂ ਦਾ ਵੀ ਲੇਖਾ ਨਿਬੜ ਜਾਵੇਗਾ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਫਿਰ ਤੇਰੇ ਨਾਲ ਨਾਮ ਜਾਵੇਗਾ, ਪਰ ਨਾਮ ਨੇ ਨਾਲ ਤਾਂ ਜਾਣਾ ਜੇ ਨਾਮ ਜਪਿਆ ਹੋਵੇਗਾ। ਬਾਕੀ ਪਦਾਰਥਾਂ ਵਿੱਚੋਂ ਮਣਾ, ਜਿਨ੍ਹਾਂ ਦੇ ਨਾਲ ਤੂੰ ਡਹਿਕਿਆ ਹੋਇਆ ਨਾ, ਭਰਮਿਆ ਹੋਇਆ, ਉਹਨਾਂ ਵਿੱਚੋਂ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ ਹੈ। ਕਹਿੰਦੇ ਕੂੜ ਹੈ ਰੇ ਕੂੜ, ਮਨ ਮੂੜ। ਹੇ ਮਨਾ ਮੂਰਖਾ, ਸਾਰਾ ਕੁਝ ਕੂੜ ਹੈ, ਕੂੜ। ਕੂੜ ਕਹਿੰਦੇ ਕੂੜੇ ਨੂੰ, ਕੂੜਾ ਕਹਿੰਦੇ ਝੂਠੇ ਨੂੰ, ਕੂੜ ਕਹਿੰਦੇ ਝੂਠੇ ਨੂੰ। ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ। ਕੂੜ ਮੰਡਪ ਕੂੜ ਮਾੜੀ, ਕੂੜ ਬੈਸਨਹਾਰ। ਕੂੜ ਕਾਇਆ ਕੂੜ ਕੱਪੜ, ਕੂੜ ਰੂਪ ਅਪਾਰ। ਕੂੜ ਮੀਆਂ ਕੂੜ ਬੀਬੀ, ਖਪ ਹੋਏ ਖਾਰ। ਕੂੜ ਕੂੜੈ ਨੇਹੋ ਲੱਗਾ, ਵਿਸਰਿਆ ਕਰਤਾਰ। ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਹਾਰ। ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਨਾਨਕ ਵਖਾਣੈ ਬੇਨਤੀ, ਤੁਧ ਬਾਝ ਕੂੜੋ ਕੂੜ। ਜਗਤ ਗੁਰੂ ਜੀ ਨੇ ਆਸਾ ਕੀ ਵਾਰ ਵਿੱਚ ਆਖਿਆ ਕਿ ਹੇ ਕਰਤਾਰ, ਤੇਰੇ ਤੋਂ ਬਿਨਾ ਸਭ ਕੁਝ ਕੂੜ ਹੀ ਕੂੜ ਹੈ, ਸਭ ਕੁਝ ਝੂਠਾ ਹੈ। ਕਹਿੰਦੇ ਮਨਾ ਮੂਰਖਾ, ਸਭ ਕੁਝ ਝੂਠ ਹੈ, ਝੂਠ ਹੈ। ਲੱਗ ਨਾਮ ਰੂੜ, ਰੂੜ ਕਹਿੰਦੇ ਸੁੰਦਰ ਨੂੰ। ਇਸ ਕਰਕੇ ਸੁੰਦਰ ਨਾਮ ਦੇ ਨਾਲ ਜੁੜ ਜਾਣਾ ਕਰ, ਨਾਮ ਜਪਣਾ ਕਰ। ਕਹਿੰਦੇ ਮਨਾ, ਜੇ ਤੂੰ ਆਖੇ ਵੀ ਪ੍ਰਤੀਤ ਤੇ ਸਾਰਾ ਕੁਝ ਸੱਚਾ ਹੀ ਹੋ ਰਿਹਾ, ਕਿ ਤੁਸੀਂ ਸਾਰਾ ਕੁਝ ਕੂੜ ਹੀ ਕੂੜ ਆਖੀ ਜਾਂਦੇ ਹੋ, ਤੇ ਮੈਨੂੰ ਸਾਰਾ ਕੁਝ ਸੱਚਾ ਹੀ ਸੱਚਾ ਦਿਸਦਾ ਹੈ, ਵੀ ਸਾਰਾ ਸੱਚਾ ਹੀ ਭਾਸਦਾ ਹੈ, ਸੱਚਾ ਹੀ ਪ੍ਰਤੀਤ ਹੁੰਦਾ ਹੈ। ਕਹਿੰਦੇ ਬਣਾਇਆ ਸੱਚੇ ਨੇ ਹੈ, ਇਸ ਕਰਕੇ ਸੱਚਾ ਲੱਗਦਾ ਹੈ, ਸੋਭ ਨਹੀਂ ਘੋ ਰਿਹਾ ਹੈ ਕੂੜ ਹੀ। ਸੱਚਾ ਵਿੱਚ ਵਸਦਾ ਹੈ ਨਾ, ਇਸ ਕਰਕੇ ਸੱਚੇ ਦਾ ਬਣਾਇਆ ਹੋਇਆ ਹੈ, ਤੇ ਤਾਂ ਇਹ ਸੋਭ ਨਹੀਂ ਘੋ ਰਿਹਾ ਹੈ। ਪਰ ਇਹ ਨਾਸ ਹੋ ਜਾਣ ਵਾਲਾ, ਖਤਮ ਹੋ ਜਾਣ ਵਾਲਾ ਇਹ ਸਾਰਾ ਕੁਝ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਮਿਥਿਆ ਤਨ ਧਨ ਕੁਟੰਬ ਸਬਾਇਆ। ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ। ਮਿਥਿਆ ਕਾਮ ਕ੍ਰੋਧ ਵਿਕਰਾਲ। ਵਿੱਚ ਸੱਚਾ ਬੈਠਾ ਹੈ ਕੂੜ, ਪਰ ਵਿੱਚ ਸੱਚਾ ਹੈ, ਸੱਚੇ ਨੇ ਬਣਾਇਆ, ਇਸ ਕਰਕੇ ਸੋਭ ਨਹੀਂ ਘੋ ਰਿਹਾ ਹੈ। ਤੂੰ ਇਸ ਝੂਠੇ ਦਾ ਮੋਹ ਛੱਡ ਕੇ ਉਸ ਸੱਚੇ ਦੇ ਨਾਲ, ਸੱਚੇ ਸੁੰਦਰ ਨਾਮ ਦੇ ਨਾਲ ਜੋੜ। ਅੱਗੇ 50ਵੇਂ ਮੰਗਲ ਦੇ ਵਿੱਚ ਹੋਰ ਸਮਝਾਉਂਦੇ ਆ। ਕਹਿੰਦੇ ਵੀ ਇਹ ਇਸ ਤਰ੍ਹਾਂ ਵਾ ਜਿਵੇਂ ਬਾਜੀਗਰ ਨੇ, ਇਹ ਬਾਜੀ ਜੈਸੀ ਬਾਜੀ, ਜਿਵੇਂ ਬਾਜੀਗਰ ਦੀ ਬਾਜੀ ਹੁੰਦੀ ਹੈ ਨਾ, ਬਾਜੀਗਰ ਜਿਵੇਂ ਬਾਜੀ ਪਾਉਂਦਾ
ਤੇ ਉਹ ਤਮਾਸ਼ਾ ਜਿਹਾ ਆਪਣਾ ਵਿਖਾਉਂਦਾ ਏ। ਇਸੇ ਤਰ੍ਹਾਂ ਪਰਮੇਸ਼ਰ ਜਾਣੋ ਬਾਜੀਗਰ ਆ ਸੰਸਾਰ ਉਹਦੀ ਬਾਜੀ ਪਾਈ ਹੋਈ ਹੈ। ਉਹਨੇ ਇਹ ਖੇਡ ਰਚੀ ਹੋਈ ਹੈ। ਬਾਜੀਗਰ ਜਿਹੜਾ ਨਾ ਉਹ ਜਦੋਂ ਬਾਜੀ ਪਾਉਂਦਾ ਏ ਤੇ ਕਨਾਤ ਜੀ ਲਾ ਕੇ ਤੇ ਕਈ ਕੁਝ ਵਿਖਾ ਦਿੰਦਾ ਏ। ਤਮਾਸ਼ਾ ਵਿਖਾਉਣ ਵਾਲਾ ਕਈ ਕੁਝ ਕੱਢ ਦਿੰਦਾ ਹੈ, ਪਰ ਹੁੰਦਾ ਕੁਝ ਵੀ ਨਹੀਂਗਾ। ਉਹ ਸਭ ਕੁਝ ਝੂਠਾ ਹੀ ਹੁੰਦਾ ਹੈ। ਇਸੇ ਤਰ੍ਹਾਂ ਕਹਿੰਦੇ ਵੀ ਇਹ ਪਰਮੇਸ਼ਰ ਵਾਹਿਗੁਰੂ ਬਾਜੀਗਰ ਨੇ ਸੰਸਾਰ ਦੀ ਬਾਜੀ ਪਾਈ ਹੋਈ ਹੈ। ਤੇ ਕਨਾਤ, ਜਿਵੇਂ ਕਨਾਤ ਦੇ ਪਿੱਛੇ ਉਹ ਬਾਜੀਗਰ ਕਿੰਨਾ ਕੁਝ ਵਿਖਾ ਦਿੰਦਾ, ਇਸੇ ਤਰ੍ਹਾਂ ਕਹਿੰਦੇ ਮਾਇਆ ਕੀ ਕਨਾਤ ਸਾਜੀ। ਇਹ ਮਾਇਆ ਦੀ ਜਿਹੜੀ ਕਨਾਤ ਸਾਜੀ ਹੋਈ ਹੈ, ਇਹ ਮਾਇਆ ਦੇ ਨਾਲ ਸਾਰੀ ਦੁਨੀਆ ਬਣਾਈ ਹੋਈ ਹੈ। ਸੱਚੀ ਭਾਸ ਰਹੀ ਹੈ ਪਰ ਹੈ ਝੂਠੀ, ਨਾਸਵਾਨ ਹੈ। ਇਹ ਪਰਮੇਸ਼ਰ ਬਾਜੀਗਰ ਨੇ ਸੰਸਾਰ ਦੀ ਬਾਜੀ ਬਣਾਈ ਹੋਈ ਹੈ। ਬਾਜੀ ਕਹਿੰਦੇ ਆ ਝੂਠੇ ਨੂੰ। ਪਾਜ, ਜਿਵੇਂ ਕਹਿੰਦੇ ਨਾ ਪਾਜ ਉਗੜ ਗਿਆ, ਪਾਜੀ ਕਹਿੰਦੇ ਝੂਠੇ ਨੂੰ ਵੀ ਹੈ ਝੂਠਾ ਹੀ, ਪਰ ਤੂੰ ਇਹਨੂੰ ਅਪਾਜੀ ਲੱਖ, ਤੂੰ ਇਸ ਨੂੰ ਵੀ ਸੱਚਾ ਲੱਖ ਲਿਆ, ਸੱਚਾ ਜਾਣ ਲਿਆ, ਇਸ ਕਰਕੇ ਇਹਦੇ ਨਾਲ ਤੂੰ ਭਰਮ ਗਿਆ ਹੈ। ਕਹਿੰਦੇ ਮਨਾ ਤੇਰੀ ਹਾਲਤ ਤਾਂ ਉਸ ਮਨੁੱਖ ਵਰਗੀ ਆ ਜਿਹੜਾ ਸੁੱਤਾ ਪਿਆ ਸੁਪਨੇ ਦੇ ਵਿੱਚ ਪਦਾਰਥ ਇਕੱਠੇ ਕਰੀ ਜਾਂਦਾ। ਸੁੱਤਾ ਪਿਆ ਤੇ ਸੁਪਨੇ ਦੇ ਵਿੱਚ ਬੜੀ ਮਾਇਆ ਇਕੱਠੀ ਕਰਦਾ, ਦੌਲਤ, ਹੀਰੇ ਮੋਤੀ, ਸੋਨਾ ਚਾਂਦੀ, ਅਮੀਰ ਬਣ ਗਿਆ, ਮਹਿਲ ਮਾੜੀਆਂ ਬਣਾ ਲਈਆਂ, ਕਈ ਕੁਝ ਸੁਪਨੇ ਦੇ ਵਿੱਚ ਇਕੱਠਾ ਕਰੀ ਜਾਂਦਾ। ਸੁਪਨੇ ਪਦਾਰਥ ਸਵਾਰਥ ਮੈਂ ਰਚਿਓ ਸੰਚੈ। ਸੁਪਨੇ ਦੇ ਵਿੱਚ, ਸੁਪਨੇ ਦੇ ਪਦਾਰਥਾਂ ਵਿੱਚ ਆਪਣੇ ਸਵਾਰਥ ਨੂੰ ਸਿੱਧ ਕਰਨ ਵਾਸਤੇ ਪਦਾਰਥਾਂ ਨੂੰ ਇਕੱਠੇ ਕਰੀ ਜਾਂਦਾ ਹੈ। ਬੜੇ ਪਦਾਰਥ ਇਕੱਠੇ ਕਰ ਲਏ ਸੁਪਨੇ ਦੇ ਵਿੱਚ, ਇਕੱਠੇ ਕਰ ਕਰਕੇ ਢੇਰ ਲਾ ਲਏ, ਤੇ ਜਦੋਂ ਢੇਰ ਲਾ ਗਏ ਤੇ ਫਿਰ ਅੱਖ ਉਗੜ ਗਈ। ਜਦੋਂ ਜਾਗ ਆ ਗਈ ਤੇ ਵੇਖਿਆ ਵੀ ਇਹ ਤਾਂ ਸਾਰਾ ਕੁਝ ਸੁਪਨੇ ਦੇ ਵਿੱਚ ਹੀ ਹੋ ਰਿਹਾ ਸੀ। ਸੁਪਨਾ ਜਿੰਨਾ ਚਿਰ ਚੱਲਦਾ ਉਨਾ ਚਿਰ ਉਹ ਝੂਠਾ ਨਹੀਂ ਲੱਗਦਾ, ਉਨਾ ਚਿਰ ਸੱਚਾ ਹੀ ਲੱਗਦਾ। ਕਈ ਵਾਰੀ ਸੁਪਨਾ ਵੇਂਦਾ ਵੇਂਦਾ ਬੰਦਾ ਸੁੱਤਾ ਪਿਆ ਹੱਸੀ ਜਾਂਦਾ ਸੁਪਨਾ ਅਵਸਥਾ ਦੇ ਵਿੱਚ। ਜੇ ਲਾਗੇ ਕੋਈ ਜਾਗਦਾ ਹੋਵੇ ਤੇ ਉਹ ਵੇਖਦਾ ਹੈ ਵੀ ਇਹ ਸੁੱਤਾ ਪਿਆ ਹੀ ਹੱਸੀ ਜਾਂਦਾ। ਕੋਈ ਸੁੱਤਾ ਪਿਆ ਇਹ ਰੋਈ ਵੀ ਜਾਂਦਾ ਇਸ ਤਰ੍ਹਾਂ ਦਾ ਸੁਪਨਾ ਵੇਖ ਕੇ। ਕੋਈ ਸੁੱਤਾ ਪਿਆ ਬੋਲੀ ਵੀ ਜਾਂਦਾ ਆਪਣੇ ਆਪ, ਉਹਨੂੰ ਕਹਿੰਦੇ ਬੜਾਈ ਜਾਂਦਾ, ਬਰੜਾਈ ਜਾਂਦਾ। ਉਹ ਜੋ ਕੁਝ ਸੁਪਨੇ 'ਚ ਵੇਖ ਰਿਹਾ ਹੁੰਦਾ ਵਾ, ਉਹਦੇ ਸਾਹਮਣੇ ਜੋ ਨਕਸ਼ਾ ਬਣਿਆ ਹੁੰਦਾ ਉਸ ਤਰ੍ਹਾਂ ਦੀ ਉਹਦੀ ਹਾਲਤ ਹੋ ਜਾਂਦੀ। ਜੇ ਹਾਸੇ ਵਾਲਾ ਹੈ ਤੇ ਫਿਰ ਹੱਸਦਾ ਹੈ, ਜੇ ਰੋਣ ਵਾਲਾ ਹੈ ਤੇ ਰੋਂਦਾ ਹੈ, ਜੇ ਕਈ ਵਾਰੀ ਉਹ ਫਿਰ ਬੋਲਣ ਲੱਗ ਪੈਂਦਾ। ਜਦੋਂ ਅੱਖ ਉਗੜਦੀ ਹੈ ਤੇ ਫਿਰ ਪਤਾ ਲੱਗਦਾ ਵੀ ਇਹ ਤਾਂ ਸਾਰਾ ਕੁਝ ਸੁਪਨੇ 'ਚ ਹੀ ਚੱਲ ਰਿਹਾ ਸੀ, ਮੈਂ ਸੱਚਾ ਮੰਨੀ ਬੈਠਾ। ਕਹਿੰਦੇ ਮਨਾ ਤੇਰੀ ਹਾਲਤ ਉਸ ਮਨੁੱਖ ਦੀ ਤਰ੍ਹਾਂ ਹੈ ਜਿਹੜਾ ਸੁਪਨੇ 'ਚ ਪਦਾਰਥ ਇਕੱਠੇ ਕਰਦਾ, ਜਦੋਂ ਜਾਗਦਾ ਫਿਰ ਪਛਤਾਉਂਦਾ ਇਹ ਤਾਂ ਸੁਪਨਾ ਹੀ ਸੀ। ਕਹਿੰਦੇ ਇਸੇ ਤਰ੍ਹਾਂ ਹੈ ਸੰਸਾਰ ਵੀ ਸੁਪਨਾ, ਤੂੰ ਸੱਚਾ ਮੰਨ ਕੇ ਬੈਠਾ। ਪਰ ਫਰਕ ਇੰਨਾ ਗਵਾ, ਜਿਹੜਾ ਉਹ ਸੁਪਨਾ ਵਾ ਉਹ ਮੀਟੀ ਅੱਖ ਦਾ ਸੁਪਨਾ, ਇਹ ਖੁੱਲੀ ਅੱਖ ਦਾ ਸੁਪਨਾ। ਉਹ ਸੁਪਨਾ ਰਾਤ ਦੀ ਨੀਂਦ ਵਿੱਚ ਆਇਆ ਹੋਇਆ ਸੁਪਨਾ, ਤੇ ਇਹ ਸੁਪਨਾ ਅਗਿਆਨ ਦੀ ਨੀਂਦ ਵਿੱਚ ਆਇਆ ਹੋਇਆ ਸੁਪਨਾ, ਅਵਿਦਿਆ ਦੀ ਨੀਂਦ ਵਿੱਚ ਆਇਆ ਹੋਇਆ ਸੁਪਨਾ। ਉੱਥੇ ਤਾਂ ਥੋੜੇ ਸਮੇਂ ਵਿੱਚ ਜਾਗ ਜਾਂਦਾ ਹੈ, ਪਰ ਇੱਧਰਲੇ ਇਸ ਸੁਪਨੇ ਨੂੰ ਟੁੱਟਣ ਲੱਗਦਿਆਂ ਵੀ ਸਮਾਂ ਲੱਗਦਾ ਹੈ, ਤੇ ਇੱਧਰ ਜਾਗਣ ਲੱਗਦਿਆਂ ਵੀ ਕਈ ਵਾਰੀ ਕਈ ਜਨਮ ਸੁੱਤੇ ਪਿਆਂ ਹੀ ਲੰਘ ਜਾਂਦੇ, ਕਈ ਜਨਮ ਲੰਘ ਜਾਂਦੇ ਅਗਿਆਨ ਦੀ ਨੀਂਦ ਵਿੱਚ ਸੁੱਤਿਆਂ ਹੀ। ਸਤ ਸੰਗਤ ਜਗਾਉਣ ਵਾਸਤੇ ਹੈ ਵੀ ਇਸ ਸੁਪਨੇ ਵਿੱਚੋਂ ਇਨਸਾਨ ਜਾਗ ਪਵੇ, ਜਿਸ ਸੁਪਨੇ ਵਿੱਚ ਹੀ ਤੁਰਿਆ ਜਾ ਰਿਹਾ। ਮਹਾਰਾਜ ਕਹਿੰਦੇ ਜਾਗਦਾ ਵੀ ਸੁੱਤਾ ਹੀ ਤੁਰਿਆ ਫਿਰਦਾ, ਖਾਂਦਾ ਵੀ ਸੁੱਤਾ ਹੀ ਖਾਈ ਪੀ ਵੀ ਜਾਂਦਾ, ਸੁੱਤਾ ਹੀ ਤੁਰਿਆ ਫਿਰਿਆ, ਸਭ ਕੁਝ ਭੱਜਾ ਫਿਰਦਾ, ਸੁੱਤਾ ਹੀ ਤੁਰਿਆ ਜਾਂਦਾ। ਇੱਕ ਉਹ ਨੀਂਦ ਜਿਹੜੀ ਰਾਤ ਨੂੰ ਆਉਣ ਵਾਲੀ ਹੈ ਕਿ ਤੁਰਦਿਆਂ ਫਿਰਦਿਆਂ ਵੀ ਮਹਾਰਾਜ ਕਹਿੰਦੇ ਮਨੁੱਖ ਸੁੱਤਾ ਪਿਆ। ਗਰੀਬ ਨਵਾਜ ਨੇ ਬਾਣੀ ਦੇ ਵਿੱਚ ਫਰਮਾਇਆ, ਇਹੋ ਜਾਗੇ ਐਸਾ ਸੁਪਨੇ ਜੈਸਾ, ਇਹੋ ਜਾਗੇ ਐਸਾ ਸੁਪਨੇ ਜੈਸਾ, ਇਹੋ ਜਾਗੇ ਐਸਾ ਸੁਪਨੇ ਜੈਸਾ, ਇਹੋ ਜਾਗੇ ਐਸਾ ਸੁਪਨੇ ਜੈਸਾ।
एहो जागे ऐसा सुपने जैसा, एहो जागे ऐसा सुपने जैसा। एहो जागे ऐसा सुपने जैसा, एहो जागे ऐसा सुपने जैसा। जीवन सुपन समानं, जीवन सुपन समानं। जीवन सुपन समानं, जीवन सुपन समानं। ज्यों सुपना यार पेखना ऐसे जग कौ जान। गुरबाणी च महाराज ने आख्या जिवें सुपना है ते जिवें वेखण वाला तमाशा है, दोवें झूठे है। इसे तरह संसार नूं मन, इस तरह का संसार। सुपना जिस वेले अख खुल गई, सुपना टुट गया तो पता लग गया भी ये तो सुपना से। संसार भी एक सुपना है, पर यह सुपना उदों शुरू हुंदा जदों जन्म हो गया तो अख खुली, सुपना चल पिया। ते सुपने ने बंद कदों होना? नींद वाला सुपना तो उदों बंद हो जाता जदों अख खुल जाती है, नींद तो मनुख जाग पैंदा। ये संसार वाला सुपना उदों समाप्त हो जाता जिस मौके दे उत्ते अख मीटी जाती है, सवास पूरे हो जाते है। कहंदे वो भी सुपना ते भी सुपना। इस करके हे मना तेरी ऐसी हालत है, तू ये सुपने दे तरह जेड़े पदार्थ इकट्ठे कर रहे हैं, फिर पछताना पवेगा। सुखता रजत मृग तृष्णा में नीर जैसे। कहंदे तू भरमिया होया है, इस तरह तू सच नूं छड्ड करके झूठ दे मगर लग्या होया। वाहिगुरू वाहिगुरू। ये हिलदी आ जी तार तूर। कहंदे कि जिवें हुण ठीक है, सुखता रजत, जिवें सिप्पी दे विच चांदी दा भुलेखा पै जावे। सिप्पी दे विच चांदी दा, सिप्पी चांदी नहीं हुंदी ते सिप्पी दे विच चांदी दा जिवें भुलेखा पैना है। जिवें मृग तृष्णा दा नीर है, पानी है। गुरबाणी दे विच मिर्ग तृष्णा दा बहुत जिक्र आया। मिर्ग तृष्णा की हुंदी है कि मिर्ग नूं प्यास लगनी, पानी दी जिहड़ी तृष्णा है मिर्ग दे अंदर। राजस्थान दे इलाके विच जिस वेले प्यास लगदी है हिरन नूं, इन्हां दिनां दे विच जेठ हाड़ महीने दे विच, तां उस मौके ते रेता दे टिब्बे जिहड़े आ वो चमकदे होए इस तरह लगदा कि पानी दी नदी वगदी पई है, पानी दी नहर वगदी पई है। ते हिरन भज के उत्थे जांदा है, साह चढ़िया हुंदा, प्यास लगी हुंदी है, पर जदों पैंडा करके जांदा है ना उत्थे, ते उत्थे चिट्टा रेता दिसदा है, पानी दी बूंद नहीं हुंदी उत्थे। उथों फिर भज के अगे जांदा है, अगे दूर फिर झोला जिहा पैंदा है कि अगले पासे पानी दी नहर वगदी पई है। जदों उत्थे पहुंचदा है ते फिर वो टिब्बा ही हुंदा है सुक्का रेता दा। सारा दिन भज भज के ते दम तोड़ लैंदा हिरन, पर लभदा पानी दी बूंद नहीं मिलदी उहनूं। कहंदे इसे तरह मिर्ग तृष्णा की तरह जिवें हिरन नूं तृष्णा लगी वो भज्जा ही जांदा, उहदा इरादा भी इत्थे नहीं पानी ते उत्थे आ, उत्थे नहीं उहदे तो अगे आ, उहदे तो अगे आ। इसे तरह कहंदे मनुख माया की तृष्णा दे विच सारी उम्र भज्जा ही फिरदा, कहंदे इत्थों नहीं बने ते उत्थे बन जाणे, उत्थों ना पूरी हुई ते उत्थों बन जावे। ते गुरबाणी च महाराज ने आख्या सहस खट्टे लख कौठ धावै, तृप्त ना आवे माया पाशै पावै। पर तृप्ति फिर नहीं आउंदी। जदों 1000 हुंदा उदों कहंदा भी लख बनना चाहिए, लख वाला कहंदा भी हुण लखपति ते बन गए, करोड़पति बन गए, हुण करोड़पति बनना चाहिए। ते करोड़पति नूं पुछो भी तूं रज गया, वो कहंदा नहीं अरबपति बनना चाहिए। अरबपति कहंदा वा भी गां होर खरबपति बनना चाहिए। वो अगला कहंदा नील पद्म संख। ते एक देश दा राजा, उन्होंने पुछो भी तू देश दा राज करके रज गया, कहंदा नहीं दूजे देश भी मेरे कोले आ जावे।
ਆਹ ਸੂਬੇ ਦਾ ਰਾਜਾ ਤੇ ਮੈਂ ਹੈਗਾ ਹੀ ਆ, ਪਰਲੇ ਸੂਬੇ ਦਾ ਵੀ ਮੈਂ ਹੀ ਬਣ ਜਾਵਾਂ, ਜਿਵੇਂ ਮਰਜ਼ੀ ਧੋਖਾ ਧੜੀ ਕਰਕੇ ਬਣ ਜਾਵਾਂ। ਰੱਜ ਨਹੀਂ ਆਉਂਦਾ, ਕਿਉਂਕਿ ਮਾਇਆ ਵਿੱਚ ਰੱਜ ਹੈ ਹੀ ਨਹੀਂ। ਮਹਾਰਾਜ ਕਹਿੰਦੇ ਮਾਇਆ ਇਹ ਭੁੱਖ ਮਿਟਦੀ ਨਹੀਂ। ਮਹਾਰਾਜ ਫਿਰ ਦੱਸੋ ਭੁੱਖ ਮਿਟੇਗੀ ਕਿਵੇਂ? ਕਹਿੰਦੇ ਇੱਕ ਕਿ ਜਨਮਾਂ ਜਨਮਾਂ ਦੀਆਂ ਭੁੱਖਾਂ ਮਿਟ ਜਾਣਗੀਆਂ, ਪਰ ਨਾਮ ਨਾਲ ਜੁੜਨਾ ਪੈਣਾ। ਆਨੰਦ ਸਾਹਿਬ ਅੰਮ੍ਰਿਤ ਵੇਲੇ ਵੀ ਪੜ੍ਹਿਆ ਕਰ, ਪੰਜ ਬਾਣੀਆਂ 'ਚ ਰਹਿਰਾ ਸਾਹਿਬ ਵੀ ਪੜ੍ਹਿਆ ਕਰ, ਫਿਰ ਵੀ ਪੜ੍ਹੇਗਾ। ਤੀਜੇ ਪਾਤਸ਼ਾਹ ਦਾ ਬਚਨ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਸ ਕਰਕੇ ਤੂੰ ਤਰੀਕਾ ਹੀ ਗਲਤ ਲੱਭਿਆ ਵਾ ਭੁੱਖਾਂ ਮਿਟਣ ਵਾਲਾ। ਮਾਇਆ ਗੁਜਰਾਨ ਹੈ, ਪਰ ਤੇਰੇ ਮਨ ਦੀਆਂ ਭੁੱਖਾਂ ਨਹੀਂ ਮਿਟਦੀਆਂ ਇਹਦੇ ਨਾਲ। ਇੱਕ ਦੇਸ਼ ਛੱਡ ਕੇ ਪ੍ਰਦੇਸ਼ ਵਿੱਚ ਵੀ ਚਲੇ ਜਾਵੇਂਗਾ, ਆਤਮਿਕ ਤ੍ਰਿਪਤੀ ਨਹੀਂ ਹੋਣੀ, ਅੰਦਰੋਂ ਤ੍ਰਿਪਤੀ ਨਹੀਂ ਆਉਣੀ, ਸਕੂਨ ਨਹੀਂ ਆਉਣਾ, ਸ਼ਾਂਤੀ ਨਹੀਂ ਆਉਣੀ। ਮਾਇਆ ਤੇ ਹੈ ਹੀ ਭਜਾਉਣ ਵਾਲੀ। ਇਹਦਾ ਭਾਵ ਇਹ ਨਹੀਂ ਵੀ ਮਾਇਆ ਨਹੀਂ ਹੋਣੀ ਚਾਹੀਦੀ ਇਨਸਾਨ ਕੋਲ। ਗੁਰੂ ਸਾਹਿਬ ਨੇ ਆਖਿਆ ਧਰਮ ਦੀ ਕਿਰਤ ਕਰ, ਤੂੰ ਭਾਵੇਂ ਰਾਜਾ ਬਣ, ਰਾਜ ਵਿੱਚ ਜੋਗ ਕਮਾ, ਰਾਜਾ ਬਣ, ਪਰ ਮਾਇਆ ਨੇ ਤ੍ਰਿਪਤੀ ਨਹੀਂ ਦੇਣੀ। ਤ੍ਰਿਪਤੀ ਲੈਣੀ ਤੇ ਫਿਰ ਤੈਨੂੰ ਨਾਮ ਜਪਣਾ ਪੈਣਾ। ਇੱਕ ਰਾਜ ਭਾਗ ਕਰਦਿਆ ਹੋਇਆ ਵੀ ਭੁੱਖਾ ਹੈ, ਫਿਰ ਵੀ ਦੁਖੀ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਤੇ ਅਗਲੀ ਪੰਕਤੀ 'ਚ ਕਹਿ ਦਿੱਤਾ ਜੇ ਨਾਮ ਜਪੇ ਤੇ ਉਹ ਵੀ ਸੁਖੀ ਹੋ ਸਕਦਾ, ਪਰ ਇੱਕ ਝੁੱਗੀ ਵਿੱਚ ਬੈਠਾ ਹੋਇਆ, ਛੰਨ ਵਿੱਚ ਬੈਠਾ ਹੋਇਆ ਵੀ ਸੁਖੀ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਰਾਜੇ ਨੂੰ ਆਖਿਆ ਦੁਖੀ ਹੈ, ਰਾਜੇ ਨੂੰ ਆਖਿਆ ਖੁਆਰ ਹੋਵੇਗਾ ਜੇ ਨਾਮ ਨਹੀਂ ਜਪਦਾ। ਜੇ ਉਹ ਵੀ ਨਾਮ ਜਪਣ ਲੱਗ ਪਵੇ ਤੇ ਉਹਦਾ ਵੀ ਭਲਾ ਹੋ ਜਾਵੇ। ਸੁਖੀ ਤੇ ਨਾਮ ਨੇ ਕਰਨਾ, ਭਾਵੇਂ ਰਾਜਾ ਹੋਵੇ ਤੇ ਭਾਵੇਂ ਰੰਕ ਹੋਵੇ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਮਨ ਭਿੱਜਾ ਹੋਇਆ ਨਾਮ ਵਿੱਚ ਤੇ ਮਹਾਰਾਜ ਕਹਿੰਦੇ ਉਹਦੀ ਛਪਰੀ ਵੀ ਸੁਹਾਵੀ ਹੈ ਤੇ ਉਹ ਰੱਜਿਆ ਹੋਇਆ ਰਾਜਾ ਹੈ। ਤੇ ਇਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਉਸ ਛਪਰੀ ਨੂੰ ਵੀ ਕਹਿ ਦਿੱਤਾ ਪੰਜਵੇਂ ਪਾਤਸ਼ਾਹ ਨੇ, ਭਲੀ ਸੁਹਾਵੀ ਛਾਪਰੇ ਜਾ ਮਹਿ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਇਸ ਕਰਕੇ ਕਹਿੰਦੇ ਮਿਰਗ ਤ੍ਰਿਸ਼ਨਾ ਜੋ ਹੈ, ਜਾਂ ਇਸੇ ਤਰ੍ਹਾਂ ਭੁਲੇਖਾ ਪੈਣਾ ਹੈ, ਸੋ ਸਿੱਪੀ ਦੇ ਵਿੱਚ ਚਾਂਦੀ ਦਾ ਮੈਂ ਨੀਰ ਜੈਸੇ, ਮਿਰਗ ਤ੍ਰਿਸ਼ਨਾ ਮੈਂ ਨੀਰ ਜੈਸੇ। ਜਿਵੇਂ ਮਿਰਗ ਨੂੰ ਤ੍ਰਿਸ਼ਨਾ ਲੱਗੀ ਹੈ ਤੇ ਉਹਨੂੰ ਝੋਲੇ ਜੇ ਪੈਂਦੇ ਪਾਣੀ ਦੇ। ਰੱਜੂ, ਰਜੂ ਨਹੀਂ ਰੱਜੂ, ਰੱਜੂ ਕਹਿੰਦੇ ਆ ਰੱਸੀ ਨੂੰ। ਰੱਜੂ ਮੈਂ ਸਰਪ ਆਦਿ ਅੰਤ ਹੋਣਾ ਪਾਇਓ ਹੈ। ਜਿਵੇਂ ਪਿਛਲੇ ਦੋ ਭਰਮੀ ਹੈ ਨਾ, ਇਸੇ ਤਰ੍ਹਾਂ ਕਹਿੰਦੇ ਵੀ ਰੱਸੀ ਦੇ ਵਿੱਚ ਸੱਪ ਦਾ ਭੁਲੇਖਾ ਪੈ ਜਾਣਾ। ਹਨੇਰੇ ਵਿੱਚ ਪਈ ਹੋਈ ਆ ਰੱਸੀ, ਪਰ ਭਰਮ ਕੇ ਭੁਲੇਖੇ ਦੇ ਵਿੱਚ ਉਹਨੂੰ ਸੱਪ ਜਾਣ ਕੇ ਉਹਦੇ ਤੋਂ ਡਰੀ ਜਾਂਦਾ। ਇਸੇ ਤਰ੍ਹਾਂ ਹੀ ਵੀ ਇਹ ਭੁਲੇਖਾ ਪਿਆ ਹੋਇਆ ਬੰਦਿਆ ਤੈਨੂੰ, ਜਿਸ ਨੂੰ ਤੂੰ ਸੱਚਾ ਮੰਨੀ ਬੈਠਾ, ਇਹਦੇ 'ਚ ਕੁਝ ਵੀ ਸੱਚਾ ਨਹੀਂ। ਤੇ ਜਿਹੜਾ ਸੱਚਾ ਵਾ ਉਹਨੂੰ ਤੂੰ ਕਦੀ ਚੇਤੇ ਹੀ ਨਹੀਂ ਕਰਦਾ। ਉਹ ਸੱਚਾ ਕੀ ਹੈ? ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਮਹਾਰਾਜ ਕਹਿੰਦੇ ਸੱਚਾ ਤੇ ਪਰਮੇਸ਼ਰ ਹੈ। ਸ੍ਰਿਸ਼ਟੀ ਦੇ ਰਚਨ ਤੋਂ ਪਹਿਲਾਂ ਵੀ ਸੱਚਾ ਸੀ, ਉਹਨੇ ਯੁੱਗ ਪੈਦਾ ਕਰ ਦਿੱਤੇ, ਫਿਰ ਵੀ ਸੱਚਾ, ਹੁਣ ਵੀ ਸੱਚਾ। ਜਦੋਂ ਸਭ ਕੁਝ ਸਮਾਪਤ ਕਰ ਦੇਵੇਗਾ, ਨਾਨਕ ਹੋਸੀ ਭੀ ਸੱਚ, ਫਿਰ ਵੀ ਉਹਨੇ ਹੀ ਰਹਿਣਾ। ਇਸ ਕਰਕੇ ਤੈਨੂੰ ਭੁਲੇਖਾ ਇਸ ਤਰ੍ਹਾਂ ਦਾ ਪੈ ਗਿਆ ਜਿਵੇਂ ਮਿਰਗ ਨੂੰ ਪਾਣੀ ਦਾ ਪੈਂਦਾ, ਜਿਵੇਂ ਸਿੱਪੀ ਦੇ ਵਿੱਚ ਚਾਂਦੀ ਦਾ ਭੁਲੇਖਾ, ਜਿਵੇਂ ਰੱਸੀ ਦੇ ਵਿੱਚ ਸੱਪ ਦਾ ਆਦਿ ਅੰਤ ਹੋਣਾ ਪਾਇਓ। ਕਹਿੰਦੇ ਇਹਦਾ ਆਦਿ ਅੰਤ ਹੀ ਨਹੀਂ, ਵੀ ਭੁਲੇਖਾ ਹੀ ਹੈ। ਭੁਲੇਖੇ ਦੇ ਵਿੱਚ ਹੀ ਤੁਰਿਆ ਜਾਂਦਾ ਹੈ, ਮਿਰਗ ਤੁਰਿਆ ਜਾਂਦਾ ਹੈ। ਭੁਲੇਖੇ ਦੇ ਵਿੱਚ ਹੀ ਇਹ ਜੀਵ ਜਿਹੜਾ ਸਾਰਾ ਜੀਵਨ ਆਪਣਾ ਲੰਘਾ ਦਿੰਦਾ ਹੈ।
ਕੂੜ ਹੈ ਕੂੜ ਮਨ ਮੂੜ ਲਗ ਨਾਮ ਮੂੜ। ਕਹਿੰਦੇ ਇਹ ਭਾਈ ਸਮਝ ਇਸ ਗੱਲ ਨੂੰ, ਸਮਝ। ਜਿਵੇਂ ਬੱਚੇ ਨੂੰ ਸਮਝ ਨਹੀਂ ਹੈ, ਉਹ ਅੱਗ ਨੂੰ ਵੀ ਹੱਥ ਪਾ ਲੈਂਦਾ, ਸੱਪ ਨੂੰ ਵੀ ਹੱਥ ਪਾ ਲੈਂਦਾ। ਉਹਦੇ ਮਾਤਾ ਪਿਤਾ ਦੱਸਦੇ ਆ ਵੀ ਇਹ ਜ਼ਹਿਰੀਲਾ ਵਾ, ਸੱਪ ਇਹਨੂੰ ਨਾ ਹੱਥ ਪਾ, ਡੰਗ ਮਾਰੇਗਾ। ਆ ਤਵੇ ਉੱਤੇ ਹੱਥ ਨਾ ਰੱਖ, ਹੱਥ ਸੜ ਜਾਣਗੇ ਤੇਰੇ ਬੱਚਿਆ, ਤੈਨੂੰ ਪਤਾ ਨਹੀਂ। ਇਸੇ ਤਰ੍ਹਾਂ ਅਸੀਂ ਸੰਸਾਰੀ ਜੀਵਨ ਜਾਣ ਵਾਸਤੇ ਪਦਾਰਥਾਂ ਵਿੱਚ ਹੀ ਭਰਮੇ ਹੋਏ ਆ। ਤੇ ਮਹਾਂਪੁਰਖ ਰੱਬ ਦੇ ਪਿਆਰੇ ਉਹ ਦੱਸਦੇ ਆ ਕਿ ਭਾਈ ਇਹ ਝੂਠ ਹੀ ਆ, ਝੂਠ ਹੀ ਆ, ਕੂੜ ਹੀ ਹੈ। ਮਣਾ ਮੂਰਖਾ, ਸੁੰਦਰ ਤੇ ਸੱਚਾ ਤੇ ਪਰਮੇਸ਼ਰ ਦਾ ਨਾਮ ਹੈ, ਉਸ ਸੁੰਦਰ ਨਾਮ ਦੇ ਨਾਲ ਜੁੜਨਾ ਕਰ। ਸਾਚੇ ਕੋ ਬਣਾਇਓ ਤਾਤੇ ਸਾਜੋ ਸੋ ਸੁਭਾਇਓ ਹੈ। ਕਹਿੰਦੇ ਸੱਚਾ ਤੈਨੂੰ ਤਾਂ ਲੱਗਦਾ ਹੈ ਕਿਉਂਕਿ ਸੱਚੇ ਨੇ ਬਣਾਇਆ ਹੈ, ਤਾਂ ਇਹ ਸੱਚਾ ਲੱਗਦਾ, ਸੱਚਾ ਪ੍ਰਤੀਤ ਹੁੰਦਾ। ਸੋਭਨੀਕ ਖਿੜਿਆ ਖਿੜਿਆ ਲੱਗ ਰਿਹਾ ਹੈ ਸੰਸਾਰ, ਹੈ ਝੂਠ ਨਾਸਮਾਨ। ਇਹਦੇ ਵਿੱਚੋਂ ਕੋਈ ਵੀ ਚੀਜ਼ ਸਦਾ ਰਹਿਣ ਵਾਲੀ ਨਹੀਂ। ਇਹ ਹੈ ਹੀ ਮੌਤ ਦਾ ਮੰਡਲ। ਜੋ ਕੁਝ ਸੰਸਾਰ 'ਚ ਪੈਦਾ ਹੋਇਆ ਉਹ ਖਤਮ ਹੋ ਜਾਣਾ। ਜੋ ਜਨਮੈ ਸੋ ਜਨ ਹਮੂਆ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ। ਬਿਨਸਤ ਬਾਰ ਨਾ ਲਾਗਈ ਜਿਉ ਕਾਗਦ ਬੂੰਦਾਰ। ਇਸ ਕਰਕੇ ਸਾਰਾ ਕੁਝ ਬਿਨਸਨਹਾਰ ਹੈ, ਪਰ ਸੱਚਾ ਤਾਂ ਪ੍ਰਤੀਤ ਹੁੰਦਾ ਕਿਉਂਕਿ ਸੱਚੇ ਨੇ ਬਣਾਇਆ। ਇਸ ਕਰਕੇ ਤੂੰ ਸੱਚੇ ਦੇ ਨਾਲ ਜੁੜ। ਇਹ ਪਦਾਰਥਾਂ ਦਾ, ਸੰਸਾਰ ਦਾ ਮੋਹ ਤਿਆਗ ਕੇ ਤੇ ਪ੍ਰਭੂ ਦੇ ਨਾਮ ਨਾਲ ਪ੍ਰੇਮ ਕਰ। ਕਹਿੰਦੇ ਵੇਖ ਫਿਰ ਨਾਮ ਦੀ ਮਹਿਮਾ ਕਿੱਡੀ ਵੱਡੀ। ਜਿਸ ਵਾਹਿਗੁਰੂ ਦੀ ਕਿਰਪਾ ਨਾਲ, ਜਿਸ ਪਰਮੇਸ਼ਰ ਦੀ ਨਾਮ ਦੀ ਬਰਕਤ ਦੇ ਨਾਲ, ਜਿਹ ਕਰੁਣਾ ਤੇ ਜਿਸ ਪ੍ਰਭੂ ਦੀ ਕਿਰਪਾ ਦੇ ਨਾਲ ਜਠਰ ਦੇ ਵਿੱਚ, ਜਠਰ ਅਗਨੀ ਦੇ ਵਿੱਚ, ਜਦੋਂ ਤੂੰ ਗਰਭ ਦੇ ਵਿੱਚ ਸੀ ਨਾ, ਜਨਮ ਨਹੀਂ ਸੀ ਤੇਰਾ ਹੋਇਆ, ਤੂੰ ਮਾਤਾ ਦੇ ਉਦਰ ਦੇ ਵਿੱਚ, ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਦਾ ਸੈਂ, ਉੱਥੇ ਤੈਨੂੰ ਉਸ ਜਠਰ ਅਗਨੀ ਨੇ ਸਪਰਸ਼ ਨਹੀਂ ਕੀਤਾ। ਅਗਨ ਸਪਰਸ਼ ਨਾ ਹੋਈ, ਜਿਹੜੀ ਅੰਦਰ ਦੀ ਅੱਗ ਹੈ, ਜੋ ਖਾਧਾ ਪੀਤਾ ਭੋਜਨ ਵੀ ਹਜਮ ਕਰ ਦਿੰਦੀ, ਰੋੜ ਵੀ ਹਜਮ ਕਰ ਦਿੰਦੀ ਹੈ। ਤੇ ਫੁੱਲਾਂ ਨਾਲੋਂ ਵੀ ਨਾਜ਼ੁਕ ਜਿਹਾ, ਕੋਮਲ ਜਿਹਾ ਤੇਰਾ ਸਰੀਰ, ਉਸ ਅੰਦਰਲੀ ਅੱਗ ਨੇ ਸਾੜਿਆ ਕਿਉਂ ਨਹੀਂ ਭਲਾ? ਤੂੰ ਸੋਚ ਵਿਚਾਰ ਕਰ ਵੀ ਉਸ ਜਠਰ ਅਗਨੀ ਨੇ, ਗਰਭ ਦੀ ਅੱਗ ਨੇ ਉਦਰ ਦੇ ਵਿੱਚ ਤੇਰੇ ਕੋਮਲ ਜਿਹੇ ਸਰੀਰ ਨੂੰ ਕਿਉਂ ਨਹੀਂ ਦਗਧ ਕੀਤਾ, ਕਿਉਂ ਨਹੀਂ ਸਾੜਿਆ? ਕਿਉਂਕਿ ਉੱਥੇ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੂੰ ਬਚਿਆ। ਵਾਹਿਗੁਰੂ ਦੇ ਨਾਮ ਦੀ ਬਰਕਤ ਦੇ ਨਾਲ ਉੱਥੇ ਅੱਗ ਨੇ ਤੇਰੇ ਤੇ ਸਪਰਸ਼ ਨਹੀਂ ਕੀਤਾ, ਅੱਗ ਨੇ ਤੈਨੂੰ ਸਾੜਿਆ ਨਹੀਂ ਹੈ। ਜਿਸ ਪਰਮੇਸ਼ਰ ਨੇ ਜਨਮ ਤੋਂ ਪਹਿਲਾਂ ਤੇਰੀ ਰਾਖੀ ਕੀਤੀ, ਤੈਨੂੰ ਬਚਾਇਆ, ਆਪਣਾ ਨਾਮ ਦੇ ਕੇ ਬਚਾਇਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਨਮ ਤੋਂ ਪਹਿਲਾਂ ਗਰਭ ਦੇ ਵਿੱਚ ਪੁੱਠਾ ਲਟਕਦਾ ਬੰਦਾ ਨਾਮ ਜਪਦਾ ਸੀ। ਮਾਤਾ ਕੀ ਉਦਰ ਮਹਿ ਪ੍ਰਤਪਾਲ ਕਰੇ, ਪ੍ਰਭੂ ਨੇ ਪ੍ਰਤਪਾਲਨਾ ਕੀਤੀ। ਸੋ ਕਿਉ ਮਨਹੁ ਵਿਸਾਰੀਐ, ਮਨਹੁ ਕਿਉ ਵਿਸਾਰੀਐ, ਏਵਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਉੱਥੇ ਪ੍ਰਭੂ ਨੇ ਰੱਖਿਆ ਵੀ ਕੀਤੀ ਤੇ ਭੋਜਨ ਵੀ ਦਿੱਤਾ। ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਲਾਈ ਹੋਈ ਸੀ ਉੱਥੇ ਪ੍ਰਭੂ ਨੇ, ਇਸ ਕਰਕੇ ਅੱਗ ਨੇ ਸਪਰਸ਼ ਨਹੀਂ ਕੀਤਾ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕ ਏਵਡ ਦਾਤਾ ਸੋ ਕਿਉ ਮਨਹੁ ਵਿਸਾਰੀਐ। ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ, ਪ੍ਰਤਪਾਲ ਮਾਤਾ ਉਦਰ ਰਾਖੈ, ਲੱਗਣ ਦੇਤ ਨਾ ਸੇਕ। ਉੱਥੇ ਸੇਕ ਨਹੀਂ ਲੱਗਣ ਦਿੱਤਾ ਵਾਹਿਗੁਰੂ ਪਰਮੇਸ਼ਰ ਨੇ, ਆਪਣੀ ਕਿਰਪਾ ਦੇ ਨਾਲ ਤੇਰੀ ਰੱਖਿਆ ਕੀਤੀ। ਉੱਥੇ ਗਰਭ ਦੀ ਅੱਗ ਨਹੀਂ ਤੈਨੂੰ ਸਪਰਸ਼ ਕਰ ਸਕੀ। ਪਰ ਕਹਿੰਦੇ ਜਦੋਂ ਜਨਮ ਹੋਇਆ, ਜਨਮ ਹੁੰਦਿਆਂ ਸਾਰੀ ਉਸ ਪਰਮੇਸ਼ਰ ਨੂੰ ਭੁਲਾ ਦਿੱਤਾ ਜਿਹਨੇ ਗਰਭ ਵਿੱਚ ਰਾਖੀ ਕੀਤੀ ਤੇ ਜਨਮ ਦਿੱਤਾ। ਬਸ ਜਨਮ ਹੋਣ ਦੀ ਦੇਰ ਸੀ, ਫਿਰ ਜੱਗ ਰਚਿਓ, ਫਿਰ ਜੱਗ ਵਿੱਚ ਰਚ ਮਿਚ ਗਿਆ। ਪਰਮੇਸ਼ਰ ਦਾ ਚੇਤਾ ਭੁਲਾ ਦਿੱਤਾ ਤੇ ਫਿਰ ਐਸਾ ਰਚਦਾ ਗਿਆ, ਐਸਾ ਰਚਿਆ। ਪਹਿਲਾਂ ਬਚਪਨ ਵਿੱਚ ਖੇਡਾਂ ਵਿੱਚ ਰਚ ਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ,
पंजवें खान पीण की धात, छिवै काम न पुछै जात, सतवें संज किया घर वास, अठवें क्रोध हुआ तन नास, नावै धौले उब्बे साह, दसवें दद्दा हुआ स्वाह। सारा जिंदगी बस संसार विच रच के ही लंघा दित्ती, परमेश्वर नूं भुला ही दिता जिसने जन्म तो पहला रखिया कीती सी। ते महाराज कहंदे वादा कीता सी उस मौके ते हरेक जीव गर्भ विच जदों पुट्ठा लटकिया सी ना, जन्म लैण तो पहला अकाल पुरख वाहिगुरू दे नाल एक करार करके आया ते संसार च जन्म लैके मुकर गया। फिर करार करके आया भी हे परमेश्वर इत्थों मैनू पुट्ठे लटकदे नूं कढ ते मैं तेरा सिमरन करया करांगा, मैं भजन करया करांगा, तेरी बंदगी करांगा। बंदा बनाया ही बंदगी करन वास्ते, बंदा होए बंदगी गए, बंदे बंदगी इख्तियार। आयो सुनन पढ़न कौ बाणी, नाम विसार लगे अन लालच बिरथा जन्म प्राणी। ते ज्यों संसार दे विच आया ते फिर संसार दा मोह पै गया, निरंकार नूं भुल गया। महाराज कहंदे कि गुरमुखां ने नहीं भुलाया, वारां दे वधीक विच बचन आउंदा। गुरमुखां ने वो गर्भ दे विच जिहड़ा करार कीता ना परमेश्वर नाल, उहनूं चेते रखिया ते उन्हां ने सारी जिंदगी परमेश्वर दा सिमरन भजन कीता भी वादा करके आए आ ते फिर जाना भी आ वापस, की मूँह विखावांगे। गुरमुखां करां उपर हर चेतिया से पायन मोख द्वार। महाराज कहंदे जिन्हां गुरमुखां ने कीते उन्हां कौलां करारां उत्ते परमेश्वर दा सिमरन कीता ना, वो मुक्ति दा दरवाजा हासिल करदे, उन्हां नूं ज्ञान प्राप्त हुंदा। नहीं तो बाकी संसार की की हालत है। भाई साहब कहंदे जन्मत ही पुन जग रचे हो हृदय बसारियो सोए। जन्मदियां सारी संसार दे विच इहदा मोह पै गया, संसार विच रच मिच गया। जिसने गर्भ विच रखिया कीते सी उहदे परोपकारां नूं भुला ही दिता। गुरबाणी दी पवित्र पंक्ति है, सारे रसना पवित्र करिए। विचह गर्भ निकल आया, विचह गर्भ निकल आया, खसम विसार दुनी चित लाया, खसम विसार दुनी चित लाया। विचह गर्भ निकल आया, विचह गर्भ निकल आया, खसम विसार दुनी चित लाया, खसम विसार दुनी चित लाया। भाई साहब कहते इस तरह की यदि हालत हुई है। ये जो पंक्ति आप पढ़ी है तो भगत साहब जी की है, अमृत बाणी की। और ऐसा ही जोड़ा उपदेश भाई संतोख सिंह जी दे रहे हैं। कहते जन्मत ही पुन जग रचियो हृदय विसारियो सोए। हृदय विचों उस परमेश्वर वाहिगुरू जी नूं भुला दिता इसने। ਤਾਂ ਜਿਸ ਵਾਹਿਗੁਰੂ परमेश्वर की कृपा ਦੇ ਨਾਲ हे जीव ਤੈਨੂੰ सोहना रूप मिलिया, अनूपा अनूपम सोहना रूप जिस वाहिगुरू जी की कृपा ਦੇ ਨਾਲ मिलिया है। ਤੈਨੂੰ ਤਾਂ ਚਾਹੀਦਾ ਸੀ उस परमेश्वर का शुकराना करदा कि हे वाहिगुरू तूं मैनू ये मनुखा जन्म दिता, सोहना रूप दिता। तू परमेश्वर के परोपकारां नूं भुला करके ते अंधे खूह विच पै गया, जा वकारां दे अंधे खूह विच जाके डिग पिया, वकारां दे खाते विच टोए विच जाके पै गया। बस मान विच ही तुरिया फिरदा भी मेरा रूप बड़ा सोहना जी, मेरा रंग बड़ा सोहना। चलो चंगा होया बंद हो गया हेलीकॉप्टर जिहा भी मेरा रूप बड़ा सोहना। भाई साहब कहते कि जिस वाहिगुरू जी ने तैनू कृपा करके सोहना रूप दिता, बेअंत उपमा वाला, ते तू उस वाहिगुरू जी नूं छड्ड करके ते होर ही अंधे खूह विच वकारां विच पै गया। क्योंकि सुंदर स्वरूप तेरे
ਆਪਣੀ ਕਿਸੇ ਸਿਆਣਪ ਨਾਲ ਤੇ ਨਹੀਂ ਨਾ ਮਿਲਿਆ, ਇਹ ਤਾਂ ਪਰਮੇਸ਼ਰ ਵਾਹਿਗੁਰੂ ਜੀ ਨੇ ਤੈਨੂੰ ਦਿੱਤਾ। ਜਿਹੇ ਪ੍ਰਸਾਦ ਜਿਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਤੈਨੂੰ ਸੋਹਣਾ ਸਰੂਪ ਮਿਲਿਆ ਹੈ, ਤੂੰ ਉਸ ਨੂੰ ਛੱਡ ਕਰਕੇ ਅੰਧੇ ਖੂਹ ਵਿੱਚ ਪੈ ਗਿਆ ਹੈ। ਜਿਸ ਕਰਨਾ ਸਭ ਦੇ ਪਦਾਰਥ, ਤੇ ਜਿਸ ਵਾਹਿਗੁਰੂ ਜੀ ਦੀ ਕਿਰਪਾ ਨੇ ਤੈਨੂੰ ਸਾਰੇ ਪਦਾਰਥ ਦਿੱਤੇ ਆ, ਤੈਨੂੰ ਚਾਹੀਦਾ ਵੀ ਉਹਦਾ ਸ਼ੁਕਰਾਨਾ ਹੀ ਕਰੀ ਜਾ। ਜਿਹਦੀ ਕਿਰਪਾ ਨਾਲ ਮਨੁੱਖਾ ਜਨਮ ਮਿਲਿਆ, ਫਿਰ ਤੰਦਰੁਸਤੀ ਮਿਲੀ ਹੈ। ਬੰਦਾ ਤੇ ਹਰ ਸਵਾਸ ਦੇ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰੇ ਨਾ, ਫਿਰ ਵੀ ਪੂਰਾ ਨਹੀਂ ਉਤਰ ਸਕਦਾ। ਇਹ ਇੰਨੀਆਂ ਬਰਕਤਾਂ, ਇੰਨੀਆਂ ਦਾਤਾਂ ਦਿੱਤੀਆਂ, ਪਰ ਇਹ ਦਾਤਾਂ ਲੈ ਲੈ ਕੇ ਦਾਤੇ ਨੂੰ ਵਿਸਾਰੀ ਜਾਂਦਾ। ਪਰ ਗੁਰੂ ਸਾਹਿਬ ਵਾਰ-ਵਾਰ ਚੇਤੇ ਕਰਾਉਂਦੇ ਆ ਕਿ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਉਹ ਕਿਉਂ ਭੁੱਲੇ ਭਾਈ ਜਿਸ ਨੇ ਸਾਰਾ ਕੁਝ ਦਿੱਤਾ, ਜਿਸ ਵਾਹਿਗੁਰੂ ਜੀ ਨੇ ਜੀਣ ਵਾਸਤੇ ਜ਼ਿੰਦਗੀ ਦਿੱਤੀ ਆ, ਜਿਸ ਨੇ ਸਾਰਿਆਂ ਨੂੰ ਖਾਣ ਪੀਣ ਪਹਿਨਣ ਵਾਸਤੇ ਦਿੱਤਾ। ਸਾਰਿਆਂ ਦਾ ਇੱਕੋ ਹੀ ਦਾਤਾ ਜੋ ਪਰਮੇਸ਼ਰ ਹੈ, ਉਹ ਵਿਸਰਨਾ ਨਹੀਂ ਚਾਹੀਦਾ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਸੋ ਮੈਂ ਵਿਸਰ ਨਾ ਜਾਏ, ਸੋ ਮੈਂ ਵਿਸਰ ਨਾ ਜਾਏ। ਕਹਿੰਦੇ ਜਿਸ ਪ੍ਰਭੂ ਦੀ ਕਿਰਪਾ ਦੇ ਨਾਲ ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋਏ ਹਨ, ਤੇ ਤੂੰ ਉਸ ਪਰਮੇਸ਼ਰ ਦਾ ਸਿਮਰਨ ਕਰਨਾ ਛੱਡ ਕੇ, ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਛੱਡ ਕੇ ਵਿਸ਼ੇ ਵਿਕਾਰਾਂ ਦੇ ਸਵਾਰਥਾਂ ਪਿੱਛੇ ਤੁਰਿਆ ਫਿਰਦਾ। ਹਰ ਵੇਲੇ ਵਿਸ਼ੇ ਵਿਕਾਰਾਂ ਵਿੱਚ ਹੀ ਜ਼ਿੰਦਗੀ ਬਰਬਾਦ ਕਰੀ ਜਾਂਦਾ। ਇਹ ਜਵਾਨੀ ਦਾ ਸਮਾਂ ਤੈਨੂੰ ਮਿਲਿਆ, ਇਹਦੇ ਵਿੱਚ ਤੂੰ ਚੌਂਕੜਾ ਲਾ ਕਰਕੇ ਗੁਰੂ ਕੀ ਬਾਣੀ ਪੜ੍ਹਿਆ ਕਰ। ਇਹ ਜਵਾਨੀ ਦਾ ਮੌਕਾ ਤੈਨੂੰ ਮਿਲਿਆ, ਤੂੰ ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਮੂਲ ਮੰਤਰ ਦਾ ਜਾਪ ਕਰ, ਗੁਰ ਮੰਤਰ ਦਾ ਜਾਪ ਕਰ, ਜਪਜੀ ਸਾਹਿਬ ਦੇ ਪਾਠ ਕਰ, ਪੰਜ ਬਾਣੀਆਂ ਦਾ ਨਿਤਨੇਮ ਕਰ, ਕਦੀ ਸੁਖਮਨੀ ਸਾਹਿਬ ਪੜ੍ਹਿਆ ਕਰ, ਕਦੀ ਆਸਾ ਕੀ ਵਾਰ ਦਾ ਪਾਠ ਕਰ, ਗੁਰਬਾਣੀ ਦੀ ਸੰਥਿਆ ਕਰ, ਆਪਣੀ ਜ਼ਿੰਦਗੀ ਵਿੱਚ ਸ੍ਰੀ ਸਹਿਜ ਪਾਠ ਕਰ। ਤੇ ਤੂੰ ਪਰਮੇਸ਼ਰ ਦੇ ਪਰਉਪਕਾਰਾਂ ਨੂੰ ਵਿਸਾਰ ਕੇ ਤੇ ਵਿਸ਼ੇ ਵਿਕਾਰਾਂ ਦੇ ਸਵਾਰਥ ਵਿੱਚ ਹੀ ਲੱਗਾ ਪਿਆ। ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਨਾ ਸਾਧ ਸੰਗਤ ਜੀ ਆਪਾਂ, ਤੇ 6ਵੀਂ ਅਸ਼ਟਪਦੀ ਵਿੱਚ ਪਰਮੇਸ਼ਰ ਦੀਆਂ ਦਾਤਾਂ ਹੀ ਇੱਕ ਇੱਕ ਗਿਣ ਕੇ ਦੱਸੀਆਂ ਪੰਜਵੇਂ ਪਾਤਸ਼ਾਹ ਨੇ, ਕਿ ਜਿਹਦੀ ਕਿਰਪਾ ਨਾਲ ਤੈਨੂੰ ਬੰਦਿਆ 36 ਪ੍ਰਕਾਰ ਦੇ ਭੋਜਨ ਛਕਣ ਵਾਸਤੇ ਮਿਲੇ, ਜਿਹਦੀ ਕਿਰਪਾ ਦੇ ਨਾਲ ਤੈਨੂੰ ਤੰਦਰੁਸਤ ਦੇਹ ਮਿਲੀ, ਜਿਸ ਦੀ ਕਿਰਪਾ ਦੇ ਨਾਲ ਸੋਹਣਾ ਘਰ ਮਿਲਿਆ, ਜਿਸ ਦੀ ਕਿਰਪਾ, ਇੰਨੀਆਂ ਦਾਤਾਂ ਦਾਤੇ ਦੀਆਂ ਗਿਣੀਆਂ ਹੀ ਨਹੀਂ ਜਾ ਸਕਦੀਆਂ। ਜਿਹ ਪ੍ਰਸਾਦ ਛਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਕਿਤੇ ਮਾਰੇ ਕਹਿੰਦੇ ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤਿਸ ਰਸਨਾ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਪਰਿਵਾਰ ਸਮੇਤ ਸੋਹਣੇ ਘਰ ਵਿੱਚ ਰਹਿ ਰਿਹਾ, ਤੇ ਤੂੰ ਤਾਂ ਹਰ ਵੇਲੇ ਰਸਨਾ ਨਾਲ ਉਸ ਦਾ ਜਾਪ ਹੀ ਕਰੀ ਜਾਇਆ ਕਰ। ਤਾਂ ਕਹਿੰਦੇ ਕਿ ਤੂੰ ਪਰਮੇਸ਼ਰ ਦੇ ਪਦਾਰਥਾਂ ਨੂੰ ਲੈ ਕੇ ਦਾਤ ਪਿਆਰੀ ਵਿਸਰਿਆ ਦਾਤਾਰਾ ਵਾਲੀ ਹਾਲਤ, ਤਾਂ ਵਿਸ਼ੇ ਵਿਕਾਰਾਂ ਦੇ ਸਵਾਰਥ ਵਿੱਚ ਖਚਤ ਹੋਇਆ ਫਿਰਦਾ ਹੈ। ਮਣਾ ਮੂਰਖਾ, ਤੂੰ ਸਮਝਦਾ ਨਹੀਂ, ਹਾਲੇ ਵੀ ਜਾਣਦਾ ਨਹੀਂ ਹੈ। ਜੇ ਸਾਰੇ ਤੈਨੂੰ ਮੰਨਦੇ ਆ ਨਾ, ਤੇਰੀ ਸੰਸਾਰ ਦੇ ਵਿੱਚ ਜੈ ਜੈਕਾਰ ਬੱਲੇ ਬੱਲੇ ਆ। ਕੋਈ ਚਾਰ ਜਾਣੇ ਤੈਨੂੰ ਹੱਥ ਜੋੜ ਕੇ ਫਤਿਹ ਬੁਲਾਉਂਦੇ ਆ, ਕੋਈ ਜੀ ਆਇਆਂ ਕਹਿੰਦੇ ਆ, ਤੇਰਾ ਮਾਣ ਸਨਮਾਨ ਕਰਦੇ ਆ, ਤੇ ਇਹ ਹੰਕਾਰ 'ਚ ਨਾ ਭੁੱਲਿਆ ਕਰ। ਕਹਿੰਦੇ ਵੀ ਇਹ ਵੀ ਸਮਝ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਮਾਣ ਸਨਮਾਨ ਮਿਲ ਰਿਹਾ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਖਾਲਸਾ ਪੰਥ ਦੇ ਮਹਾਨ ਵਿਦਵਾਨ, ਦਮਦਮੀ ਟਕਸਾਲ ਦੇ ਮਹਾਂਪੁਰਖ, ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਗੁਰਮੁਖ ਪਿਆਰੇ, ਜਥੇ ਸਮੇਤ ਬੰਬੇ ਗਏ, ਕਲਕੱਤੇ ਗਏ ਕਥਾ ਪ੍ਰਚਾਰ ਕਰਨ ਵਾਸਤੇ। ਔਰ ਸੰਗਤ ਨੇ, ਉੱਥੋਂ ਦੀ ਸੰਗਤ ਨੇ ਜਦੋਂ ਗਿਆ ਨਾ ਸਾਰਾ ਜਥਾ ਮਹਾਂਪੁਰਖ, ਤੇ ਬਹੁਤ ਮਾਣ ਸਨਮਾਨ ਕੀਤਾ। ਇੰਨੀਆਂ ਗੱਡੀਆਂ ਅੱਗੋਂ ਲੈ ਕੇ ਆਂਦੀਆਂ,
कि एक एक सिंह नूं एक एक गड्डी विच बिठा के लैके गए। जदों महीना भर उत्थे महापुरखां ने कथा कीती, फिर उन्होंने स्टेशन ते महापुरखां नूं छड्डण वास्ते आए तो फिर सिंघां नूं बड़े मान सन्मान दे नाल छड्ड के गए। जदों रस्ते च वापस आ रहे सी ना पंजाब वल नूं, ते नाल दे सिंघां नूं नाल ही सी श्रीमान संत ਗਿਆਨੀ करतार सिंह जी खालसा पिंडरां वाले महापुरख, जो संत ਗਿਆਨੀ गुरबचन सिंह जी खालसा महापुरखां तो बाद विच दमदमी टकसाल दे महापुरख होए। उन्हां नाल गलबात करदिआं कहंदे, करतार सिंघा अपना इन्ना सारे सिंघां दा मान सन्मान संगत ने कीता, संगत लैके गई, इन्ने आदर नाल फिर छड्ड के गई, ये मान काहदा वा, सन्मान काहदा भला? कहंदे इस खल्लड़े दा मान नहीं, शरीर दा मान नहीं, ये जिन्ना मान सन्मान आदर हो रहा वा, ये बाणी ते बाणे दा वा आदर सत्कार। आपां गुरु का बाणा पाया, गुरु का अमृत छकिया, 5 ककार पहने आ ते गुरु की बाणी दी कथा प्रचार करते आ। बाणी ते बाणे दा करके संगत आपां नूं मान दिंदी आ। इस करके ये जिन्ना मान सन्मान वा, ये बाणी ते बाणे दा मान सन्मान आ, ये गुरु की सिੱਖੀ दा ही मान सन्मान वा। कहंदे ऐस शरीर दा मान नहीं, ऐस खल्लड़े दा मान नहीं है। ये तो अवस्था साध संगत जी गुरसिखां दी हुंदी है ना, ये महापुरखां दी अवस्था हुंदी। उन्हां नूं जदों कितों मान सन्मान मिलदा ना, वो गुरु साहब जी अगे नमस्कार करके कहंदे आ कि सब तेरी वडियाई। उन्हां दी अवस्था ये हुंदी है, कहो नानक सब तेरी वडियाई, कहो नानक सब तेरी वडियाई, कोई नाओ न जाने मेरा, कोई नाओ न जाने मेरा, कोई मारे कहंदे भाई ये मान सन्मान भी मिलता तो भी जानिया कर भी परमेश्वर वाहिगुरू की बख्शिश है। तो दे आगे अरदास हमारी जियो पिंड सब तेरा, कहो नानक सब तेरी वडियाई, कोई नाओ ना जाने मेरा। पर संसारी जी भाई साहब कहंदे मन मूर्ख अजहू नहीं जानत, जिस करना ते सब तुझ मानत। भी तू मना मूर्खा ले नहीं जानता, जिस वाहिगुरू की कृपा नाल सारे तेनू मनदे आ, तू हंकार दे विच ना अकड़िया तुरिया फिर कि मेरी वडियाई आ, मेरा मान सन्मान। क्योंकि हंकारी बंदा जे मान मिले सन्मान मिले तो होर हंकारी हो जाता, तो टेढ़ा हो के तुरदा, बांवां चौड़ियां कर करके तुरदा। गुरु ग्रंथ साहिब की बाणी च लिखिया है बचन, महाराज कहंदे चलत कत टेढ़े टेढ़े टेढ़े। कहंदे भी टेढ़े टेढ़े हो के भी कातों चलदा, केड़ा हंकार केड़ी गल दा करना। हस्त चरम बिष्टा के मुंदे दुर्गंध ही के बेटे। कहंदे विच तां दुर्गंधी भरी होई, हड्डियां भरियां होईयां, मल मूत्र भरिया होया वा, हड्डियां दी मोठियां, काहदा हंकार करना। तां कहंदे समझ ना कर मना मूर्खा, तू विषय विकारां नूं मिठे जान करके विषय विकारां नूं भोगदा रहना, बिलसदा रहना है, पर अखीर नूं कौड़े होणगे ते बहुत वड्डे तैनूं दुख देण दा कारण बनणगे। वो विषय विकार जिन्हां दे विच तू खचत होया पिया है। तो ये नाम दी महिमा करदिआं होए आ ते सानूं संसारी जीवां नूं समझाउंदिआं होए आ भाई संतोख सिंह जी ने ये साध संगत जी पहले अध्याय विच कुछ बचन कहे, जिन्हां दी विचार सांझी कीती है। होईयां भुल्लां चुक्कां दी सतगुरु जी गुर संगत जी खिमा देनी। देहो सज्जण आसीसड़ियां ज्यों होवै साहिब स्यों मेल, 1 मिनट वास्ते सब माई भाई वाहिगुरू गुरमंत्र विच जुड़ गए जी। वाहिगुरू 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 वाहिगुरू
ਵਾਹਿਗੁਰੂ ਵਾਹਿਗੁਰੂ हे गोविंद हे गोपाल हे दयाल लाल प्राणनाथ अनाथ सखे दीन दर्द निवार हे समरथ अगम पूरन मोहे मया तार अंधकूप महापयान नानक पारे उतार आए प्रभ शरणागते कृपा निध दयाल एक अक्षर हर मन बसत नानक होत निहाल कथा निता प्रत होत है सुनहो सिंह सुजान नानक गुर गोबिंद सिंह जी सदा करे कल्याण नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।